ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾਰ। ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਤੋ ਕਦ ਕਾ। ਬਰਮਾ ਵਿਸ਼ਨ ਸਿਰਤੈ ਅਗਨਤ ਤਿਨ ਕੋ ਮੋਹ ਭਇਆ ਮਦ ਮਨ ਕਾ। 84 ਲੱਖ ਜੋਨ ਉਪਾਈ ਰਿਜ਼ਕ ਦਿਆ ਸਭ ਕੋ ਤਦਕਾ। ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾਰ। ਹਮ ਅਗਨ ਹਰੇਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਕ ਖਾਈ। ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ। ਗਿਆਨ ਧਿਆਨ ਕਿਛ ਕਰਮ ਨ ਜਾਣ ਨਾਹਿ ਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਤਲ ਲਾਵੋ ਬਿਖਮਾ ਨਦੀ ਜਾਏ ਤਰਣੀ। ਜਾਂ ਬੁਲਾਵਹਿ ਤਿਉ ਬੋਲੇ ਸੁਆਮੀ ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਗੂਚ ਰਹਿ ਸਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਲੋ ਸੁਨੈ ਜੋ ਕਾਲ ਕਿਰਪਾ ਕਰਾਏ। ਕਹਾਂ ਤੁਛ ਪ੍ਰਭ ਬੁੱਧ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਖਤ ਕਰ ਸਿਫਤ ਤੁਮਾਰੀ
आप लिहो तुम कथा सुधारी, सो कहो टल गुर सेविय, अहनिस सहज सभाए। दर्शन परसे गुरु कै, जन्म मरण दुख जाय। सज्जन सच्चा पातशाह, सिर साहां साहो। जिस पास बैठिया सोही है, सबना दा साहो। जिस पास बैठिया सोही है, सबना दा साहो। सतनाम श्री वाहिगुरु साहिब जी। एक ओंकार सतगुर प्रसाद। आसा महला चौथा, संत कर चौथा। हर अमृत भिन्ने लोयणा, मन प्रेम रतन राम राजे। मन राम कसवटी लाया, कंचन सोविना। हर अमृत भिन्ने लोयणा, मन प्रेम रतन राम राजे। मन राम कसवटी लाया, कंचन सोविना। गुरमुख रंग चलूलिया, मेरा मन तनो भिन्ना। जन नानक मुस्क चकोलिया, सब जन्म धन धन्ना। गुरमुख रंग चलूलिया, मेरा मन तनु भिन्ना। जन नानक मुस्क चकोलिया, सब जन्म धन धन्ना। एक ओंकार सतगुर प्रसाद। आसा महला चौथा, संत कर चौथा। हर अमृत भिन्ने लोयणा, मन प्रेम रतना राम राजे। वाहिगुरु जी का खालसा, वाहिगुरु जी की फतेह। सतगुरु गुरु गरीब नवाज नाम बाणी के बोहित, चवर छत्र तक दे माल, जहरा जोर हाजरा जोर, सर्व कला भरपूर। तुरकी बाणी आई, तिन सगली चिंत मिटाई। बाणी गुरु, गुरु है बाणी, बिच बाणी अमृत सारे। गुरबाणी कहे सेवक जन मानै, प्रतक गुरु निस्तारे। साहिब श्री गुरु ग्रंथ साहिब महाराज जी की पावन पवित्र हजूरी अंदर रोजाना के नितनेम अनुसार अमृत वेले के दीवान सज रहे हैं। अमृत वेले गुरु महाराज जी ने अपार कृपा की है। दर्शन नज़ारे बख्शे हैं। नितनेम सिमरन संगति रूप दे विच हुणे ही सत्कारयोग रागी जिसे दे पासों श्री आसा जी दी वार दे संपूर्ण कीर्तन सरवण किए हैं। समय नूं लेखे विच लाउणा कीता है। बाकी दा समा जो सानू सतगुरु महाराज जी कृपा कर रहे हैं। चलती हुई गुरबाणी की लड़ीवार कथा शब्द विचार का समा है। समय नूं सफल करने दे वास्ते
ਸੰਗਤ ਵਿੱਚ ਆ ਜਾਣਾ ਇਹ ਗੁਰੂ ਦੀ ਕਿਰਪਾ ਹੈ। ਬਿਨਾਂ ਪਰਮੇਸ਼ਰ ਦੀ ਕਿਰਪਾ ਤੋਂ ਸਾਧ ਸੰਗ ਦਾ ਸੰਯੋਗ ਨਹੀਂ ਪ੍ਰਾਪਤ ਹੋਇਆ ਕਰਦਾ। ਬਹੁਤ ਹੀ ਉੱਚੇ ਪੁੰਨ ਕਰਮ ਕੀਤੇ ਹੋਣ ਤਦ ਹੀ ਸਾਧ ਸੰਗ ਵਿੱਚ ਆਉਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ। ਸਤਿਗੁਰ ਦੇਵ ਸੇਵ ਅਲਖ ਅਭੇਵ ਗਤ। ਸਾਧ ਸੰਗ ਸਿਮਰਨ ਮਾਤਰ ਕੈ। ਬਾਸ ਮੈਂ ਉਸ ਵਾਸ ਦੇ ਕੁਪਾਤਰ ਹੈ ਸਪਾਤਰ ਕੈ। ਭਾਈ ਗੁਰਦਾਸ ਜੀ ਕਹਿੰਦੇ ਹਨ ਵੀ ਜਿਹੜੀ ਸਾਧ ਸੰਗਤ ਹੈ ਇਹਦਾ ਕਿਤਨਾ ਵੱਡਾ ਮਹਾਤਮ ਹੈ। ਕਿਉਂਕਿ ਜਿਸ ਕਾਰਜ ਨੂੰ ਕਰਨ ਵਾਸਤੇ ਮਨੁੱਖ ਇਸ ਸੰਸਾਰ ਵਿੱਚ ਆਇਆ ਹੈ ਉਹ ਕਾਰਜ ਜਿਹੜੇ ਗੁਰਮੁਖ ਪਿਆਰੇ ਸੰਗਤ ਕਰਦੇ ਹਨ, ਗੁਰਬਾਣੀ ਦਾ ਪਾਠ ਕਰਦੇ ਨੇ, ਸਤਿਗੁਰੂ ਮਹਾਰਾਜ ਜੀ ਬਿਲਕੁਲ ਹੀ ਸੌਖੇ ਸ਼ਬਦਾਂ ਵਿੱਚ ਆਪਾਂ ਨੂੰ ਨਿਤ ਹੀ ਯਾਦ ਕਰਵਾਉਂਦੇ ਹਨ। ਭਈ ਪ੍ਰਾਪਤ ਮਾਨਕ ਦੇਹ ਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰਮ ਜਾਮ ਲਾਗ ਭਵ ਜਲ ਤਰਨ ਕੈ, ਜਨਮ ਰਿਥਾ ਜਾਤ ਰੰਗ ਮਾਇਆ ਕੈ। ਮਾਇਆ ਦੇ ਰੰਗ ਵਿੱਚ ਰਤਿਆ ਹੋਇਆ ਸਾਡਾ ਜਿਹੜਾ ਮਨ ਹੈ ਇਹ ਅਮੋਲਕ ਸਮੇਂ ਨੂੰ ਐ ਵਿਅਰਥ ਹੀ ਗਵਾ ਲੈਂਦਾ ਹੈ। ਸੋ ਇਹ ਕਾਰਜ ਕਰਨ ਵਾਸਤੇ ਆਪਾਂ ਸੰਸਾਰ ਵਿੱਚ ਆਏ ਹਾਂ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਇਹ ਕਾਰਜ ਨੂੰ ਕਰਨ ਵਾਸਤੇ ਕੁਝ ਸਾਧਨਾਂ ਦੀ ਲੋੜ ਹੈ, ਕਿਉਂਕਿ ਬਿਨਾਂ ਸਾਧਨ ਤੋਂ ਕੋਈ ਕਾਰਜ ਨਹੀਂ ਹੋਇਆ ਕਰਦਾ। ਇਹਨੂੰ ਕਾਰਨ ਕਾਰਜ ਰੂਪ ਕਹਿੰਦੇ ਹੈ। ਬਿਨਾਂ ਕਿਸੇ ਕਾਰਨ ਤੋਂ ਕਾਰਜ ਨਹੀਂ ਹੋਇਆ ਕਰਦਾ। ਇਸੇ ਤਰ੍ਹਾਂ ਹੀ ਜਿਵੇਂ ਸੰਸਾਰ ਦੇ ਕਾਰਜ ਹਨ ਉਹਨਾਂ ਦੇ ਪਿੱਛੇ ਕੋਈ ਕਾਰਨ ਹੁੰਦਾ ਹੈ, ਕੋਈ ਸਾਧਨ ਹੁੰਦਾ ਹੈ, ਫਿਰ ਉਹ ਕਾਰਜ ਜਿਹੜਾ ਹੈ ਨੇਪਰੇ ਚੜ੍ਹਦਾ ਹੈ। ਇਸੇ ਤਰ੍ਹਾਂ ਹੀ ਕਰ ਬੰਦੇ ਤੂੰ ਬੰਦਗੀ, ਜਿਚਰ ਘਟ ਮੈਂ ਸਾਹੋ। ਇਹ ਇਨਸਾਨ ਤੂੰ ਬੰਦਗੀ ਕਰ ਜਿੰਨਾ ਚਿਰ ਦੇ ਸਵਾਦ ਚੱਲਦੇ। ਹੁਣ ਬੰਦਗੀ ਤਾਂ ਹੋਵੇਗੀ ਜਿਸ ਸਾਧਨ ਹੋਵੇਗਾ ਜਿਸ ਦੁਆਰਾ ਅਸੀਂ ਬੰਦਗੀ ਕਰੀਏ। ਉਹ ਸਾਧਨ ਮਹਾਰਾਜ ਕਹਿ ਰਹੇ ਹਨ, ਸਾਧ ਸੰਗ ਬਿਨ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਕਹਿੰਦੇ ਸਾਧ ਸੰਗਤ ਤੋਂ ਬਿਨਾਂ ਪ੍ਰੇਮ ਨਹੀਂ ਪੈਦਾ ਹੁੰਦਾ, ਬਿਨਾਂ ਪ੍ਰੇਮ ਤੋਂ ਭਗਤੀ ਨਹੀਂ ਹੋ ਸਕਦੀ। ਇਹ ਤਾਂ ਗੁਰਬਾਣੀ ਦਾ ਅਟਲ ਫੈਸਲਾ ਹੈ। ਜਦੋਂ ਤੱਕ ਮਨ ਵਿੱਚ ਪ੍ਰੇਮ ਨਹੀਂ ਹੈ, ਪਿਆਰ ਨਹੀਂ, ਸਨੇਹ ਨਹੀਂ ਨਾ, ਉਦੋਂ ਤੱਕ ਪਰਮਾਤਮਾ ਦੇ ਸਿਮਰਨ ਦੇ ਵਿੱਚ ਮਨ ਲੱਗ ਨਹੀਂ ਸਕਦਾ। ਸਤਿਗੁਰੂ ਮਹਾਰਾਜ ਜੀ ਨੇ ਇਸ ਕਰਕੇ ਵਾਰ-ਵਾਰ ਇਹ ਆਪਸ ਜਗਿਆਸੂ ਨੂੰ ਸੰਬੋਧਨ ਕਰਿਆ ਹੈ ਕਿ ਨਿਤ ਉਠ ਗਾਓ ਪ੍ਰਭ ਕੀ ਬਾਣੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠਾ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਸੋ ਗੁਰਬਾਣੀ ਦੇ ਨਾਲ ਜੁੜਨ ਦੇ ਲਈ ਆਪਣੇ ਕੋਲੇ ਸਾਧਨ ਹਨ। ਗੁਰਬਾਣੀ ਦਾ ਪਾਠ ਕਰਨਾ, ਕੀਰਤਨ ਸਰਵਣ ਕਰਨਾ, ਕਥਾ ਵਿਚਾਰ ਸਰਵਣ ਕਰਨੀ। ਵੱਖਰਾ ਵੱਖਰਾ ਮਹਾਤਮ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਰਤਨ ਦੀ ਬਾਬਤ ਆਖਿਆ ਹੈ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪਿਆ ਲਾਏ ਧਿਆਨਾ।
ਕੀਰਤਨ ਤੋਂ ਪ੍ਰਧਾਨਤਾ ਮਿਲੀ ਹੈ। ਕੀਰਤਨ ਜਦੋਂ ਆਪਾਂ ਰਾਗਾਂ ਵਿੱਚ ਪੜ੍ਹਦੇ ਹਾਂ, ਸ਼ਬਦ ਸੁਣਦੇ ਹਾਂ, ਉਹਦੇ ਨਾਲ ਮਨ ਵਿੱਚ ਇੱਕ ਉਤਸ਼ਾਹ ਪੈਦਾ ਹੁੰਦਾ ਹੈ, ਮਨ ਵਿੱਚ ਚਾਅ ਪੈਦਾ ਹੁੰਦਾ ਹੈ ਪ੍ਰਮਾਤਮਾ ਦੀ ਬੰਦਗੀ ਕਰਨ ਦੇ ਲਈ, ਬਾਣੀ ਪੜ੍ਹਨ ਦੇ ਲਈ। ਜਿਹੜੀ ਕਥਾ ਹੈ ਸਭ ਤੋਂ ਵਰਗਾਂ ਦੇ ਸਭ ਤੋਂ ਉਤਮ ਹਰ ਕੀ ਕਥਾ, ਨਾਮ ਸੁਣ ਦਰਦ ਦੁੱਖ ਲੱਥਾ। ਜਿਹੜੀ ਕਥਾ ਹੈ ਇਹ ਹੈ ਉਪਦੇਸ਼ ਰੂਪ, ਕੀਰਤਨ ਜਸ ਰੂਪ ਹੈ। ਤੇ ਕਥਾ ਗੁਰਬਾਣੀ ਦੀ ਵਿਚਾਰ ਸਰਵਣ ਕਰਦਿਆਂ ਕਰਦਿਆਂ ਜਿਹੜੀ ਜਿਗਿਆਸੂ ਦੀ ਬੁੱਧ ਹੈ ਤੇ ਬੁੱਧੀ ਦੇ ਵਿੱਚ ਕੁਝ ਗ੍ਰਹਿਣ ਕਰਨ ਦਾ ਮਾਦਾ ਪੈਦਾ ਹੋ ਜਾਂਦਾ ਹੈ, ਚੰਗੇ ਅਤੇ ਮਾੜੇ ਦਾ ਪਤਾ ਲੱਗਣ ਲੱਗ ਜਾਂਦਾ ਹੈ, ਸਤ ਅਤੇ ਅਸਤ ਦਾ ਪਤਾ ਲੱਗ ਜਾਂਦਾ ਹੈ। ਜਦੋਂ ਤੱਕ ਇਹ ਬੁੱਧ ਨਹੀਂ ਮਿਲੇਗੀ ਵੀ ਅਸਲੀਅਤ ਕੀ ਹੈ ਤੇ ਨਕਲੀ ਕੀ ਹੈ, ਉਦੋਂ ਤੱਕ ਪਰਮਾਤਮਾ ਵਾਲੇ ਪਾਸੇ ਤੁਰਿਆ ਨਹੀਂ ਜਾਣਾ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਇਹ ਰੀਤ ਬਣਾਈ ਹੈ ਵੀ ਗੁਰੂ ਘਰ ਵਿੱਚ ਗੁਰਬਾਣੀ ਦੀ ਕਥਾ ਹੁੰਦੀ ਰਹੇ। ਕਿਉਂਕਿ ਆਪਾਂ ਜਿਹੜੇ ਵੀ ਸੰਸਾਰ ਵਿੱਚ ਆਏ ਹਨ, ਸਾਰੇ ਆਪਾਂ ਬੰਧਨਾਂ ਦੇ ਵਿੱਚ ਹਾਂ। ਵੈਸੇ ਤਾਂ ਬੰਧਨ ਜਿਹੜੇ ਨੇ ਕਈ ਪ੍ਰਕਾਰ ਦੇ ਮੰਨੇ ਗੁਰਬਾਣੀ ਦੇ ਵਿੱਚ, ਤੇ ਉਹ ਬੰਧਨਾਂ ਦੇ ਵਿੱਚੋਂ ਜਿਹੜਾ ਮੁੱਖ ਬੰਧਨ ਹੈ ਸਾਧ ਸੰਗਤ ਜੀ, ਉਹ ਹੈ ਔਗਣ ਪੈਰ ਲੋਹਾਰੀ। ਆਪਣੇ ਬੁੱਧ ਰੂਪੀ ਪੈਰਾਂ ਦੇ ਵਿੱਚ ਨਾ, ਮਨ ਰੂਪੀ ਪੈਰਾਂ ਦੇ ਵਿੱਚ ਔਗਣਾਂ ਦੀਆਂ ਜੰਜੀਰਾਂ ਪਈਆਂ ਹੋਈਆਂ ਨੇ। ਇਹ ਜਿਹੜੇ ਔਗਣ ਨੇ ਇਹ ਆਪਾਂ ਨੂੰ ਪ੍ਰਮਾਤਮਾ ਵਾਲੇ ਪਾਸੇ ਤੁਰ ਨਹੀਂ ਦੇ ਰਹੇ। ਸੋ ਜਿਹੜੇ ਔਗਣ ਹਨ ਇਹਨਾਂ ਪਿੱਛੇ ਕੋਈ ਹੋਰ ਚੀਜ਼ ਹੈ। ਔਗਣ ਬੰਦਾ ਤਾਂ ਕਰਦਾ ਹੈ ਕਿ ਪਿੱਛੋਂ ਕੋਈ ਪ੍ਰੇਰਕ ਹੋਰ ਹੈ ਜਿਹੜਾ ਪ੍ਰੇਰ ਰਿਹਾ ਹੈ। ਉਹ ਹੈ ਸਾਧ ਸੰਗਤ ਜੀ ਸੰਸਾਰ ਦਾ ਮੋਹ, ਜਿਹਨੂੰ ਗ੍ਰੰਥਾਂ ਵਿੱਚ ਸ਼ਾਸਤਰਾਂ ਵਿੱਚ ਰਾਗ ਕਿਹਾ ਜਾਂਦਾ। ਰਾਗ ਇਹ ਮਾਇਆ ਦਾ ਜਿਹੜਾ ਮੋਹ ਹੈ ਨਾ, ਇਹ ਐਸੀ ਮਾਇਆ ਮੋਹ ਨਹੀਂ ਭਾਈ, ਜੇਤੇ ਜੀ ਤੀਤੇ ਡਹਿਕਾਈ। ਇਹ ਮਾਇਆ ਦੇ ਮੋਹ ਕਰਕੇ ਜੀਵ ਔਗਣ ਕਰਦਾ ਹੈ। ਫਿਰ ਅੱਗੇ ਇਹ ਕਰਮ ਬਣ ਜਾਂਦਾ ਹੈ। ਇਹ ਜਿਹੜੇ ਕਰਮ ਨੇ ਅੱਗੋਂ ਫਿਰ ਅਗਲੇ ਹੋਰ ਕਰਮ ਪੈਦੇ, ਸੰਚਿਤ ਕਰਮ ਹੋ ਜਾਂਦੇ ਹੈ, ਸੰਚਿਤ ਕਿਰੇਮਾਨ, ਸੰਚਿਤ ਪ੍ਰਾਲਬਧ। ਇਸ ਤਰ੍ਹਾਂ ਇਹ ਅੱਗੇ ਤੋਂ ਅੱਗੇ ਇਹ ਲੜੀ ਤੁਰ ਪੈਂਦੀ ਹੈ। ਫਿਰ ਕਹਿੰਦੇ ਇਹ ਕਰਮਾਂ ਤੋਂ ਛੁਟਕਾਰਾ ਪਾਉਣ ਦੇ ਵਾਸਤੇ ਇੱਕ ਹੀ ਸ਼ਕਤੀ ਹੈ, ਜਿਹਨੂੰ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਕੇ ਕਹਿੰਦੇ ਹਨ, ਰਾਮਾਨੰਦ ਰਮਤ ਪਾਰ ਬ੍ਰਹਮ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਗੁਰੂ ਦਾ ਜਿਹੜਾ ਸ਼ਬਦ ਹੈ, ਉਪਦੇਸ਼ ਹੈ, ਸਿੱਖਿਆ ਹੈ ਨਾ, ਇਹ ਸਾਡੇ ਕਰਮਾਂ ਨੂੰ ਕੱਟਦਾ ਹੈ। ਜੋ ਅਸੀਂ ਕਰਮ ਕੀਤੇ ਹੋਏ ਨੇ ਉਹਨਾਂ ਕਰਮਾਂ ਨੂੰ ਕੇਵਲ ਇੱਕੋ ਹੀ ਸ਼ਕਤੀ ਹੈ, ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼, ਗੁਰੂ ਦਾ ਦੱਸਿਆ ਹੋਇਆ ਮੰਤਰ ਜਪਣਾ। ਕਹਿੰਦੇ ਨਸ਼ਟ ਨ ਅਦ੍ਰਿਸ਼ਟ ਗਿਆਨ ਬਿਨ, ਗਿਆਨ ਨਾ ਬਿਨ ਬੈਰਾਗ। ਕਹਿੰਦੇ ਨਸ਼ਟ ਨ ਅਦ੍ਰਿਸ਼ਟ, ਕਹਿੰਦੇ ਕਰਮ ਸੰਸਕ੍ਰਿਤ ਦੇ ਵਿੱਚ ਅਦ੍ਰਿਸ਼ਟ ਕਰਮਾਂ ਨੂੰ ਕਹਿੰਦੇ। ਨਸ਼ਟ ਨ ਅਦ੍ਰਿਸ਼ਟ ਗਿਆਨ ਬਿਨ, ਬਿਨਾਂ ਆਤਮ ਗਿਆਨ ਤੋਂ ਜਿਹੜੇ ਕਰਮ ਨੇ, ਇਹ ਜਿਹੜੇ ਕਰਮ ਆਪਣੇ ਕੀਤੇ ਹੋਏ ਨੇ ਨਾ, ਜਿਹੜੇ ਕਰਮਾਂ ਦੇ ਆਪਾਂ ਨੂੰ ਬੰਧਨ ਪਏ ਹੋਏ ਹੈ, ਇਹ ਕਰਮ ਜਿਹੜੇ ਨੇ ਬਿਨਾਂ ਆਤਮ ਗਿਆਨ ਤੋਂ ਇਹ ਕਰਮ ਮਿਟਦੇ ਨਹੀਂ ਹਨ। ਐਸਾ ਇਹ ਪਰਮਾਤਮਾ ਦਾ ਵਿਧਾਨ ਬਣਿਆ ਹੋਇਆ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਕਰਮਾਂ ਦੀ ਗਤੀ ਬੜੀ ਬਲਵਾਨ ਦੱਸੀ ਹੈ। ਜੈਸਾ ਬੀਜੈ ਸੋ ਲੈਣਾ, ਪਰ ਕਰਮਾਂ ਸੁਣਨ ਦਾ ਖੇਤ, ਕਹਿੰਦੇ ਕਰਮਾਂ ਦਾ ਖੇਤ ਹੈ ਨਾ। ਕਹਿੰਦੇ ਨਸ਼ਟ ਨ ਅਦ੍ਰਿਸ਼ਟ ਗਿਆਨ ਬਿਨ, ਪਰ ਕਹਿੰਦੇ ਗਿਆਨ ਨਾ ਬਿਨ ਵੈਰਾਗ। ਬਿਨਾਂ ਗਿਆਨ ਤੋਂ ਕਰਮ ਨਹੀਂ ਮਿਟਣਾ ਤੇ ਗਿਆਨ ਨਹੀਂ ਹੋਣਾ ਬਿਨਾਂ ਵੈਰਾਗ ਤੋਂ। ਵੈਰਾਗ ਜਿਹੜਾ ਹੈ ਗੁਰਬਾਣੀ ਵਿੱਚ ਸ਼ਬਦ ਬਹੁਤ ਵਾਰੀ ਆਇਆ। ਇਹ ਵੈਸੇ 9 ਪ੍ਰਕਾਰ ਦਾ ਵਿਰਾਗ ਮੰਨੇ। ਵੈਸੇ ਵਿਰਾਗ ਦੇ ਅਰਥ ਨੇ ਵੈਰ ਨੂੰ ਤਿਆਗਦਾ ਹੈ, ਰਾਗ ਨਾਲ ਮੋਹ ਹੈ, ਅੰਦਰੋਂ ਸੰਸਾਰ ਦਾ ਮੋਹ ਮਿਟ ਜਾਣਾ।
ਅੰਦਰੋਂ ਸੰਸਾਰ ਦਾ ਮੋਹ ਬੜੀ ਨੂੰ ਕਹਿੰਦੇ ਵੈ ਨੂੰ ਤਿਆਗ, ਅੰਦਰੋਂ ਰਾਗ ਕੀ ਮੋਹ ਦਾ ਤਿਆਗ ਹੋ ਜਾਣਾ, ਸੰਸਾਰ ਵਾਲੇ ਪਦਾਰਥਾਂ ਦਾ, ਸੰਬੰਧੀਆਂ ਦਾ, ਆਪਣੇ ਸਰੀਰ ਦਾ। ਕਾਰਨ ਵੈਰਾਗ ਮੰਦ ਬੈਰਾਗ, ਏਕ ਇੰਦਰੀਏ ਵਸੀਕਰਨ, ਤਰਤਮ ਬੈਰਾਗ ਤਰਤਾ ਵਰਤਮ ਤਮ ਵਿਭਰਤ ਬੈਰਾਗ। ਇਸ ਤਰ੍ਹਾਂ ਦੇ 9 ਪ੍ਰਕਾਰ ਦਾ ਬੈਰਾਗ ਮੰਨੇ। ਮੁੱਖ ਰੂਪ ਦੇ ਵਿੱਚ ਮਹਾਰਾਜ ਕਹਿੰਦੇ ਹਨ, ਬੂਝ ਬੈਰਾਗ ਕਰੈ ਜੇ ਕੋਏ, ਤੇ ਜਨਮ ਮਰਨ ਫਿਰ ਸੋਗ ਨਾ ਹੋਏ। ਜਿਹਨੇ ਇਸ ਨੂੰ ਬੁੱਝ ਲਿਆ ਨਾ ਵੀ ਮੋਹ ਕੀ ਹੈ, ਪ੍ਰੇਮ ਕੀ ਹੈ, ਕਹਿੰਦੇ ਫਿਰ ਉਹਨੂੰ ਮੁੜ ਕੇ ਜੰਮਣਾ ਮਰਨਾ ਨਹੀਂ ਹੁੰਦਾ। ਇਸ ਭਾਵ ਨੂੰ ਲੈ ਕੇ ਹੀ ਮਹਾਰਾਜ ਕਹਿੰਦੇ ਹੈ, ਨਾ ਮੈਂ ਜੋਗ ਨਾ ਧਿਆਨ ਚਿਤ ਲਾਇਆ, ਬਿਨ ਬੈਰਾਗ ਨਾ ਛੂਟ ਸਮਾਇਆ। ਕਹਿੰਦੇ ਬਿਨਾਂ ਬੈਰਾਗ ਤੋਂ ਇਹ ਮਾਇਆ ਦਾ ਮੋਹ ਖਿਹੜਾ ਨਹੀਂ ਛੱਡਦਾ। ਸੋ ਕਹਿੰਦੇ ਨਸ਼ਟ ਨ ਅਦ੍ਰਿਸ਼ਟ ਗਿਆਨ ਬਿਨ, ਗਿਆਨ ਨਾ ਬਿਨ ਬੈਰਾਗ, ਤਾਂ ਤੇ ਨਿਰਵੇਦ ਦਿਓ ਪ੍ਰਦ, ਜਾ ਤੇ ਭਵ ਦੁਖ ਤਿਆਗ। ਤਾਂ ਤੇ ਹੇ ਪ੍ਰਮਾਤਮਾ ਸਾਨੂੰ ਬੈਰਾਗ ਦੇ ਦੇ, ਮੈਨੂੰ ਇਹ ਬੈਰਾਗ ਦਾ ਗੁਣ ਮਿਲ ਜੇ। ਆਪਾਂ ਪੜ੍ਹਦੇ ਹਾਂ ਜਪਜੀ ਸਾਹਿਬ ਵਿੱਚ, ਮੱਤ ਵਿੱਚ ਰਤਨ ਜਵਾਹਰ ਮਾਣਕ, ਉੱਥੇ ਬੈਰਾਗ ਦੀ ਗੱਲ ਹੈ। ਮੈਨੂੰ ਬੈਰਾਗ ਮਿਲ ਜਾਵੇ। ਤੇ ਵੈਰਾਗ ਦੇ ਨਾਲ ਕੀ ਹੋਵੇਗਾ? ਵੈਰਾਗ ਦੇ ਨਾਲ ਸਾਧ ਸੰਗਤ ਜੀ ਫਿਰ ਅੱਗੇ ਅਨੁਰਾਗ ਪੈਦਾ ਹੋਵੇਗਾ। ਅਨੁਰਾਗ, ਅਨੁਰਾਗ ਦਾ ਅਰਥ ਹੈ ਪ੍ਰੇਮ। ਅੱਜ ਦਾ ਜੋ ਪਾਵਨ ਸ਼ਬਦ ਹੈ, ਇਹ ਕੇਂਦਰੀ ਭਾਵ ਇਹੀ ਹੈ। ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਸੀ। ਪਹਿਲਾਂ ਵਸਤੂ ਨਿਰਦੇਸ਼ਕ ਮੰਗਲ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਕੀ ਇਹ ਅਦੁੱਤੀ, ਅਦੁੱਤੀ ਤੋਂ ਭਾਵ ਹੈ ਕਿ ਕੋਈ ਦੂਜਾ ਨਾ ਹੋਣਾ ਉਸ ਚੀਜ਼ ਵਰਗਾ। ਅਦੁੱਤੀ ਹੈ ਪ੍ਰਮਾਤਮਾ, ਕੋਈ ਦੂਸਰਾ ਨਹੀਂ ਉਸ ਵਰਗਾ ਹੈ ਕੋਈ ਹੋਰ। ਅਦੁੱਤੀ ਹੈ। ਓੰਕਾਰ ਤੋਂ ਭਾਵ ਹੈ ਸਭ ਨੂੰ ਪ੍ਰਕਾਸ਼ਣ ਵਾਲਾ। ਸਤ ਨਾਸ ਤੋਂ ਰਹਿਤ ਹੈ। ਗੁਰ ਕੀ ਚੇਤਨ ਹੈ, ਚੇਤਨਤਾ ਦੇਣ ਵਾਲਾ ਹੈ। ਪ੍ਰਸਾਦ ਕੀ ਆਨੰਦ ਸਰੂਪ, ਉਹਦਾ ਸਰੂਪ ਕੈਸਾ ਹੈ? ਆਨੰਦ ਵਾਲਾ ਹੈ। ਇਹ ਮੰਗਲ ਉਚਾਰਨ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਅੱਗੇ ਫਿਰ ਇਹ ਸੰਤਾਂ ਦੀ ਬਾਣੀ ਉਚਾਰਨ ਕੀਤੀ ਹੈ। ਮਹਾਰਾਜ ਦੇ ਚਰਨਾਂ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਕੁਝ ਸਿੱਖਾਂ ਨੇ, ਸਿਆਣੇ ਸਿੱਖਾਂ ਨੇ ਬੇਨਤੀ ਕਰੀ ਤੇ ਮਹਾਰਾਜ, ਇਹ ਗੁਰੂ ਘਰ ਦੀ ਰੀਤ ਹੈ, ਪਹਿਲੇ ਪਾਤਸ਼ਾਹ ਤੋਂ ਲੈ ਕਰਕੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਿਆ ਜਾਂਦਾ ਹੈ। ਰਵਾਬ ਦੇ ਰਾਗੀ ਸੰਗਾਉਂਦੇ, ਉਹ ਰਵਾਬ ਦੇ ਨਾਲ ਕੀਰਤਨ ਕਰਦੇ ਨੇ। ਸ਼ਲੋਕ ਹਨ ਤੇ ਮਹੱਲੇ ਨੇ। ਆਸਾ ਦੀ ਵਾਰ ਦੇ ਵਿੱਚ ਕਹਿਣ ਲੱਗੇ, ਮਹਾਰਾਜ ਜਦੋਂ ਸਿੱਖ ਰਵਾਬੀ ਜਿਹੜੇ ਸਿੱਖ ਨੇ ਕੀਰਤਨ ਕਰਦੇ ਨੇ, ਜਦੋਂ ਸ਼ਲੋਕ ਸ਼ੁਰੂ ਕਰਦੇ ਆ ਤੇ ਅੱਗੇ ਉਹ ਦੂਸਰਾ ਸ਼ਲੋਕ ਬਦਲਦੇ ਆ। ਕਹਿੰਦੇ ਉਹ ਆਪਣੀ ਆਪਣੀ ਮਰਜ਼ੀ ਨਾਲ ਕਦੇ ਕੋਈ ਸ਼ਬਦ ਪੜ੍ਹਦਾ ਹੈ, ਕਦੇ ਕੋਈ ਸ਼ਬਦ ਪੜ੍ਹਦਾ ਹੈ। ਆਪ ਜੀ ਕਿਰਪਾ ਕਰਦੇ ਹੋ, ਕੁਝ ਇਸ ਤਰ੍ਹਾਂ ਦੇ ਸ਼ਬਦ ਉਚਾਰ ਕਰਦੇ ਹੋ ਵੀ ਜਿਹੜਾ ਆਪਾਂ ਸ਼ਲੋਕ ਪੜ੍ਹੀਏ ਉਹ ਤੋਂ ਪਹਿਲਾਂ ਉਹ ਸ਼ਬਦ ਪੜ੍ਹਿਆ ਜਾਵੇ। ਇਹ ਸੰਪਰਦਾ ਵਿੱਚ ਇਹ ਸੰਖੇਪ ਨਾਲ ਇਹ ਉਥਾਨਕ ਹੈ ਕਿ ਫਿਰ ਮਹਾਰਾਜ ਨੇ ਇਹ 24 ਸ਼ਲੋਕ ਜਿਹੜੇ ਸਾਧ ਸੰਗਤ ਜੀ ਸ਼ੰਤ ਰਚੇ ਨੇ। 24 ਸ਼ੰਤ ਨੇ, 24 ਹੋਈ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਲੋਕ ਹਨ। ਇਸ ਲਈ ਰਾਗੀ ਸਿੰਘ ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਆਉਂਦਾ ਹੈ। ਸਾਰੇ ਗੁਰੂ ਘਰਾਂ ਵਿੱਚ ਜਦੋਂ ਰਾਗੀ ਸਿੰਘ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਨੇ ਤੇ ਫਿਰ ਜਦੋਂ ਸ਼ਲੋਕ ਸ਼ੁਰੂ ਹੁੰਦਾ ਤੇ ਪਹਿਲਾਂ ਇਹ ਸ਼ੰਤ ਪੜ੍ਹਿਆ ਜਾਂਦਾ ਹੈ। ਸਾਰੇ ਸ਼ਲੋਕਾਂ ਵਿੱਚ ਇਹ 24 ਸ਼ੰਤ ਹਨ। ਸੋ ਆਸਾ ਮਹੱਲਾ ਚੌਥਾ, ਸ਼ੰਤ ਕਰ ਚੌਥਾ। ਆਸਾ ਰਾਗ ਦੇ ਵਿੱਚ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸ਼ਬਦ ਉਚਾਰਦੇ ਨੇ। ਸ਼ੰਤ ਇਹ ਸ਼ਬਦ ਦੀ ਚਾਲ ਹੈ। ਘਰ ਚੌਥਾ, ਰਾਗ ਦੇ ਚੌਥੇ ਸੁਰ ਤਾਲ ਵਿੱਚ ਇਸ ਸ਼ਬਦ ਨੂੰ ਬੈਨ ਕੀਤਾ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ। ਸੋ ਪ੍ਰੇਮ ਦੀ ਗੱਲ ਮਹਾਰਾਜ ਕਰ ਰਹੇ ਹਨ ਕਿ ਬਿਨਾਂ ਪ੍ਰੇਮ ਤੋਂ ਪਰਮਾਤਮਾ ਦੀ ਬੰਦਗੀ ਨਹੀਂ ਹੋ ਸਕਦੀ। ਬਿਨਾਂ ਭਾਵ ਤੋਂ, ਭਾਵਨਾ ਤੋਂ ਪਰਮਾਤਮਾ ਦੀ ਯਾਦ ਨਹੀਂ ਮਨ ਵਿੱਚ ਵਸ ਸਕਦੀ। ਸੋ ਇਹ ਕਰਮਾਂ ਦੇ ਬੰਧਨਾਂ ਨੂੰ ਕੱਟਣ ਵਾਸਤੇ ਬੈਰਾਗ ਦੀ ਲੋੜ ਹੈ।
ਵਿਰਾਗ ਦੁਆਰਾ ਪ੍ਰੇਮ ਪੈਦਾ ਹੋਵੇਗਾ। ਵਿਰਾਗ ਤੋਂ ਅਨੁਰਾਗ ਭਾਵ ਕਿ ਪ੍ਰੇਮ, ਜਦੋਂ ਪ੍ਰੇਮ ਦੇ ਨਾਲ ਪ੍ਰਮਾਤਮਾ ਦਾ ਚਿੰਤਨ ਹੋਵੇਗਾ, ਉਹਦਾ ਸਿਮਰਨ ਹੋਵੇਗਾ, ਫਿਰ ਐਸਾ ਸੰਗਤ ਜੀ ਮਨ ਵਿੱਚ ਇੱਕ ਰਹੱਸ ਪੈਦਾ ਹੋਵੇਗਾ, ਇੱਕ ਆਨੰਦ ਪੈਦਾ ਹੋਵੇਗਾ। ਉਸ ਆਨੰਦ ਨੂੰ ਹੀ ਮਹਾਰਾਜ ਕਹਿੰਦੇ ਹਨ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਹਨ ਕਿ ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ। ਰਾਮ ਰਾਜਿਤ ਭਾਵ ਕਿ ਹੈ ਰਾਜਾ ਰੂਪ ਪਰਮੇਸ਼ਰ, ਤੂੰ ਸਾਰੇ ਰਮਿਆ ਹੋਇਆ ਹੈ, ਤੂੰ ਸਭ ਦਾ ਸ਼੍ਰੋਮਣੀ ਹੈ। ਦੁਨੀਆ ਦੇ ਰਾਜੇ ਤਾਂ ਝੂਠੇ ਨੇ, ਕੋਈ ਹਰ ਸਮਾਨ ਨਹੀਂ ਰਾਜਾ। ਇਹ ਭੂਤ ਸਭ ਦਿਵਸ ਚਾਰ ਕੇ ਝੂਠੇ ਕਰ ਦਵਾਜਾ। ਇਹ ਤਾਂ ਝੂਠੇ ਰਾਜੇ ਨੇ, ਅਸਲੀ ਰਾਜਾ ਤਾਂ ਪਰਮਾਤਮਾ ਹੈ। ਇਹ ਰਾਜਾ ਰੂਪ ਹੈ ਪਰਮੇਸ਼ਰ, ਰਮੇ ਹੋਏ ਪਰਮੇਸ਼ਰ। ਕਹਿੰਦੇ ਹਰ ਅੰਮ੍ਰਿਤ ਭਿੰਨੇ ਲੋਇਣਾ। ਲੋਇਣਾ ਹੁੰਦਾ ਨੇਤਰ, ਭਿੰਨੇ ਹੁੰਦਾ ਭਿੱਜਾ, ਭਿੱਜ ਜਾਣਾ। ਹਰ ਅੰਮ੍ਰਿਤ, ਅੰਮ੍ਰਿਤ ਪਰਮੇਸ਼ਰ ਦਾ ਨਾਮ ਹੈ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਜਿਹੜੇ ਸੰਤਾਂ ਦੀ ਬਾਣੀਆਂ ਨਾ, ਇਹਦੇ ਵਿੱਚ ਇਹ ਸ਼ਬਦ ਨੇ ਬੜੇ ਮਹਿੰਗੇ ਨੇ। ਭਾਵੇਂ ਆਪਾਂ ਰਾਗੀ ਸਿੰਘ ਵੀ ਹੈ ਨਿੱਤੀ ਹੀ ਪੜ੍ਹਦੇ ਨੇ, ਆਪਾਂ ਸੁਣਦੇ ਵੀ ਨਿੱਤੀ ਹੀ ਹਾਂ, ਪਰ ਇਹ ਜਿਹੜੇ ਸ਼ਬਦ ਨੇ ਨਾ ਥੋੜ੍ਹੇ ਜਿਹੇ ਗਹਿਰੇ ਅਰਥਾਂ ਵਾਲੇ ਨੇ। ਅਰਥਾਂ ਵੱਲ ਥੋੜ੍ਹਾ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਜਦੋਂ ਆਪਾਂ ਅਰਥਾਂ ਨੂੰ ਵਿਚਾਰ ਕੇ ਗੁਰਬਾਣੀ ਪੜ੍ਹਾਂਗੇ, ਸੁਣਾਂਗੇ ਨਾ, ਉਹਦਾ ਵੱਖਰੀ ਆਨੰਦ ਹੁੰਦਾ ਹੈ। ਠੀਕ ਹੈ, ਗੁਰਬਾਣੀ ਦਾ ਪਾਠ ਕਰਨਾ, ਪਾਠ ਕਰੇ ਹੈ ਪੁੰਨ ਮਹਾਨਾ, ਪੁੰਨ ਵਿੱਚ ਵਾਧਾ ਹੁੰਦਾ ਹੈ। ਜਿਸ ਤਰ੍ਹਾਂ ਵੀ ਆਪਾਂ ਬਾਣੀ ਪੜ੍ਹਦੇ ਹਾਂ, ਸੁਣੀਏ, ਜੇ ਮਨ ਪ੍ਰੇਮ ਹੈ ਉਹਦਾ ਅਸਰ ਤਾਂ ਹੁੰਦਾ ਹੈ, ਜਿਹੋ ਜਿਹੀ ਭਾਵਨਾ ਹੈ। ਪਰ ਜਦੋਂ ਆਪਾਂ ਨੂੰ ਅਰਥਾਂ ਦੀ ਸਹਿਤ ਪੜ੍ਹਾਂਗੇ, ਉਹਦਾ ਵੱਖਰੀ ਆਨੰਦ ਹੈ। ਕਿਉਂਕਿ ਭਾਈ ਮਨੀ ਸਿੰਘ ਜੀ ਨੇ ਗੁਰੂ ਗੋਬਿੰਦ 10ਵੇਂ ਪਾਤਸ਼ਾਹ ਜੀ ਨੂੰ ਇਹ ਬੇਨਤੀ ਕਰੀ ਸੀ ਕਿ ਮਹਾਰਾਜ ਕਿਰਪਾ ਕਰੋ ਕਿ ਮਨ ਨੂੰ ਕਿਵੇਂ ਇਕਾਗਰ ਕਰਿਆ ਜਾਵੇ, ਇੱਕ ਚਿੱਤ ਹੋ ਕੇ ਕਿਵੇਂ ਪਰਮਾਤਮਾ ਦੀ ਬੰਦਗੀ ਕਰੀ ਜਾਵੇ। ਉੱਥੇ ਮਹਾਰਾਜ ਨੇ ਇਹੀ ਗੱਲ ਕਹੀ ਸੀ, ਕਹਿੰਦੇ ਭਾਈ ਗੁਰਬਾਣੀ ਜਦੋਂ ਪੜ੍ਹਨੀ ਹੈ ਨਾ, ਕਹਿੰਦੇ ਅਰਥਾਂ ਨੂੰ ਨਾ ਵਿਚਾਰ ਕੇ ਫਿਰ ਪੜ੍ਹਨੀ ਹੈ। ਭਾਵ ਕਿ ਜਦੋਂ ਪੜ੍ਹਨੀ ਹੈ ਬਿਲਕੁਲ ਖੁੱਭ ਕੇ ਪੜ੍ਹਨੀ ਹੈ, ਰਸ ਲੈ ਕੇ ਪੜ੍ਹਨੀ ਹੈ। ਸੋ ਇਹ ਸ਼ਬਦਾਂ ਵਿੱਚ ਭਿੰਨੇ ਦਾ ਅਰਥ ਹੈ ਭਿੱਜ ਜਾਣਾ, ਲੋਇਣੇ ਦਾ ਅਰਥ ਹੈ ਨੇਤਰ, ਰਤਨਾਂ ਦਾ ਅਰਥ ਹੈ ਰਤ ਜਾਣਾ। ਇਹ ਪਹਿਲੀ ਪੰਕਤੀ ਵਿੱਚ ਇਹ ਮਹਿੰਗੇ ਪਦ ਆਏ ਨੇ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ। ਕਹਿੰਦੇ ਜਦੋਂ ਮਨ ਵਿੱਚ, ਹਿਰਦੇ ਵਿੱਚ ਪਰਮਾਤਮਾ ਦਾ ਪ੍ਰੇਮ ਪੈਦਾ ਹੋ ਗਿਆ ਨਾ, ਰਤਨਾ ਕੀ ਭਿੱਜ ਗਿਆ ਮਨ ਪ੍ਰੇਮ ਦੇ ਵਿੱਚ। ਹਰ ਅੰਮ੍ਰਿਤ ਭਿੰਨੇ ਲੋਇਣਾ, ਕਹਿੰਦੇ ਨੇਤਰਾਂ ਦੇ ਵਿੱਚ ਵੀ ਫਿਰ ਅੰਮ੍ਰਿਤ ਦੀ ਦ੍ਰਿਸ਼ਟੀ ਹੋ ਜਾਂਦੀ ਹੈ। ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀਵਨ ਪੜ੍ਹੀਏ। ਸਤਿਗੁਰੂ ਮਹਾਰਾਜ ਇਸ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਧਿਆਨ ਵਿੱਚ ਬਹਿੰਦੇ ਸੀ ਤੇ ਕਹਿੰਦੇ ਨੇਤਰਾਂ ਦੇ ਵਿੱਚੋਂ ਅੰਮ੍ਰਿਤ ਵਰਦਾ ਸੀ। ਵੈਸੇ ਤਾਂ ਸਾਰੇ ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚ ਹੀ ਹੈ, ਕਿਉਂਕਿ ਗੁਰੂ ਦੇ ਨੇਤਰਾਂ ਦੇ ਵਿੱਚ ਵੀ ਅੰਮ੍ਰਿਤ ਹੈ। ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ, ਸੂਕੇ ਕੀਏ ਹਰੇ ਕੀਏ ਖਿਨਵਾਹੇ, ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ। ਗੁਰੂ ਦੇ ਨੇਤਰਾਂ ਦੇ ਵਿੱਚ ਵੀ ਅੰਮ੍ਰਿਤ ਵਰਸਦਾ ਹੈ। ਦ੍ਰਿਸ਼ਟੀ ਦੇ ਨਾਲ ਹੀ ਸਿੱਖ ਦੀ ਕਲਿਆਣ ਕਰ ਦਿੰਦੇ ਹਨ। ਪਾਕਿਸਤਾਨ ਦੇ ਵਿੱਚ ਨਗਰ ਹੈ ਦੀਪਾਲਪੁਰ। ਇਹ ਦੀਪਾਲਪੁਰ ਨਗਰ ਦੇ ਵਿੱਚ, ਉੱਥੇ ਪਾਕਿਸਤਾਨ ਦੇ ਵਿੱਚ ਇਹਦਾ ਇਤਿਹਾਸ ਹੈ, ਗੁਰਦੁਆਰਾ ਵੀ ਬਣੇ ਹੋਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਜਾਂਦੇ ਆ ਉੱਥੇ ਨਾ, ਤੇ ਨਗਰ ਵਾਲਿਆਂ ਨੇ ਕਹਿੰਦੇ ਰਹਿਣ ਵਾਸਤੇ ਥਾਂ ਨਾ ਦਿੱਤੀ, ਤੇ ਮਹਾਰਾਜ ਨੇ ਬਾਹਰਲੇ ਪਾਸੇ ਆਪਣਾ ਪੜਾਕ ਕਰ ਲਿਆ। ਦਿਨ ਛਪਾਤੇ ਸੀ, ਥੋੜਾ ਸੂਰਜ ਖੜਾ ਹੈ। ਉੱਥੇ ਕਹਿੰਦੇ ਇੱਕ ਕੋਹੜੀ ਰਹਿੰਦਾ ਹੈ, ਉਹਦਾ ਨਾਂ ਲਿਖਿਆ ਇਤਿਹਾਸ ਵਿੱਚ ਨੂਰਾ, ਨੂਰਾ ਕੋਹੜੀ, ਸਰੀਰ ਤੇ ਕੋਹੜ ਹੋਇਆ ਹੋਇਆ। ਸਤਿਗੁਰੂ ਮਹਾਰਾਜ ਜੀ ਪਾਪੀਆਂ ਦਾ ਉਧਾਰ ਕਰਨ ਵਾਸਤੇ ਆਏ ਹਨ। ਜਿਹੜੇ ਦੁਖੀ ਨੇ, ਦੁਖੀਆਂ ਦਾ ਦੁੱਖ ਨਿਵਰਤ ਕਰਨ ਵਾਸਤੇ ਸੰਸਾਰ ਵਿੱਚ ਆਏ, ਤੇ ਹੁਣ ਵੀ ਸਤਿਗੁਰੂ ਇਹੀ ਕਾਰਜ ਕਰ ਰਹੇ ਹੈ।
जगत दिलंदा रख ले अपनी कृपा धार, जित द्वारा उपरै तितै लिहो वार। जे जिते भी सतगुरु पातशाह महाराज जी गए ने, उत्थे महाराज ने पापियां दा पार उतारा करिਆ। ਜਿਹੜੇ ਜੀਵ पाप कर्म करके दुखी हो रहे सन, ਉਹਨਾਂ ਨੂੰ ਪਾਪਾਂ ਤੋਂ ਹਟਾਇਆ। ਜਿਹੜੇ ਦੁਖੀ ਹੋ ਕਰਕੇ ਲਾਚਾਰ ਹੋਏ ਸੀ ਤੇ ਮਹਾਰਾਜ ਉਹਨਾਂ ਦੀ ਵੀ ਮਹਾਰਾਜ ਨੇ ਕਲਿਆਣ ਕਰੀ। ਜਿਹੜਾ ਇਹ ਨੂਰਾ ਕੋੜੀ ਸੀ, ਪਰਿਵਾਰ ਵਾਲਿਆਂ ਨੇ ਘਰ ਤੋਂ ਕੱਢ ਦਿੱਤਾ, ਪਿੰਡ ਦੇ ਬਾਹਰ ਬਾਹਰ ਇਹਨੂੰ ਬਿਠਾ ਦਿੱਤਾ। ਜਿਵੇਂ ਕੋਈ ਕੁੱਤਿਆਂ ਨੂੰ ਰੋਟੀ ਪਾ ਦਿੰਦਾ ਨਾ, ਟੁਕੜਾ ਪਾ ਦਿੰਦਾ, ਇਸ ਤਰ੍ਹਾਂ ਇਹਦੇ ਅੱਗੇ ਸੁੱਟ ਦੇਣਾ। ਬਹੁਤ ਤਰਸਯੋਗ ਹਾਲਤ ਸੀ। ਜਦੋਂ ਬੰਦਾ ਦੁਖੀ ਹੁੰਦਾ ਫੇਰ ਰੱਬ ਯਾਦ ਆਉਂਦਾ। ਹਾਲਾਂਕਿ ਆਪਾਂ ਨੂੰ ਗੁਰਬਾਣੀ ਇਹ ਗੱਲ ਕਹਿੰਦੀ ਹੈ, ਵੀਰ ਕਾਂ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ। ਜਦੋਂ ਕੋਈ ਕੰਮ ਪੈਂਦਾ ਨਾ ਬੰਦੇ ਨੂੰ, ਕੋਈ ਔਕੜ ਮੁਸ਼ਕਲ ਆ ਜਾਂਦੀ ਹੈ, ਫੇਰ ਆਪਾਂ ਗੁਰਦੁਆਰੇ ਆਉਣੇ ਆ। ਗੁਰਮੁਖਾਂ ਦੀ ਗੱਲ ਨਹੀਂ, ਆਮ ਕਰਕੇ ਜਿਹੜੇ ਜ਼ਿਆਦਾਤਰ ਜਿਹੜੇ ਲੋਕ ਨੇ ਨਾ, ਜਿਹੜੇ ਗੁਰਮੁਖ ਜਾਂਦੇ, ਉਹ ਤਾਂ ਨਿਤ ਹੀ ਆ ਕੇ ਦਰਸ਼ਨ ਕਰਦੇ ਆ। 2 ਵੇਲੇ ਇੱਕ ਟਾਈਮ ਲਾਜ਼ਮੀ ਆਉਂਦੇ ਨੇ। ਜਿਹੜੇ ਆਮ ਕਰਕੇ ਜ਼ਿਆਦਾਤਰ ਇਹ ਹੈ ਗਿਣਤੀ ਕਿ ਵੀਰ ਕਾਮ ਪਰੇ ਹਰ ਸਿਮਰੀ ਹੈ, ਕਿ ਜਦੋਂ ਕੰਮ ਪੈਂਦਾ ਨਾ ਫੇਰ ਰੱਬ ਚੇਤੇ ਆਉਂਦਾ। ਦੁੱਖ ਲੱਗੇ ਤਾਂ ਆਰਾਮ ਪਕਾਰਾ ਹੈ, ਵੀਰ ਕਾਮ ਪਰੇ ਹਰ ਸਿਮਰੇ ਐਸਾ ਸਿਮਰੋ ਨਿਤ। ਕਹਿੰਦੇ ਜੇ ਤੂੰ ਨਿਤ ਹੀ ਨਾ ਇਹ ਕੰਮ ਕਰ ਲਵੇਂ, ਜੇ ਪਹਿਲੀ ਹਰ ਵੇਲੇ ਗੁਰੂ ਨੂੰ ਯਾਦ ਕਰੇ ਤਾਂ ਕੀ ਮਿਲੇਗਾ। ਕਹਿੰਦੇ ਅਮਰਾਪੁਰ ਵਾਸਾ ਕਰੋ ਗਿਆ ਬਹੋਰੈ ਪਿੱਤ। ਕਹਿੰਦੇ ਜੇ ਤੂੰ ਨਿਤ ਹੀ ਨਾ ਇਹ ਕਾਰਜ ਕਰੇ, ਗੁਰੂ ਘਰ ਆਵੇਂ, ਆਪਣਾ ਮੱਥਾ ਚਰਨਾਂ ਨੂੰ ਲਾਵੇਂ, ਗੁਰੂ ਦੇ ਚਰਨਾਂ ਤੇ ਆ ਕੇ ਸੀਸ ਝੁਕਾਵੇਂ ਤੇ ਗੁਰਬਾਣੀ ਸੁਣੇ ਪੜ੍ਹੇ ਸੇਵਾ ਕਰੇ, ਐਸਾ ਸਿਮਰੋ ਨਿਤ। ਕਹਿੰਦੇ ਅਮਰਾਪੁਰ ਵਾਸਾ ਕਰੋ। ਇਹ ਗੁਰਬਾਣੀ ਆਪਾਂ ਨੂੰ ਬਿਲਕੁਲ ਐ ਕਹੇ ਵੀ ਇੱਕ ਸਰਟੀਫਿਕੇਟ ਦੇ ਰਹੇ ਮਹਾਰਾਜ, ਇੱਕ ਆਪਾਂ ਨੂੰ ਰਾਹਦਾਰੀ ਦੇ ਰਹੇ ਹੈ। ਇਹ ਰਾਹਦਾਰੀ ਹੈ ਅਮਰਾਪੁਰ ਵਸਣ ਦੀ। ਅਮਰਾਪੁਰ ਵਾਸਾ ਕਰੋ ਗਿਆ ਬਹੋਰੈ ਬਿੱਤ। ਬੋਹਰੇ ਦਾ ਉੱਥੇ ਮੁੜ ਆਉਣਾ। ਬਿੱਤ ਨੂੰ ਧਨ ਦਾ ਹੈ, ਜਿਹੜੇ ਤੇਰੇ ਸਵਾਸਾਂ ਰੂਪੀ ਜਿਹੜੇ ਧਨ ਤੇਰੇ ਨਾਲ ਵਿਰਥੇ ਚਲੇ ਗਏ, ਕਹਿੰਦੇ ਉਹ ਵੀ ਵਾਪਸ ਆ ਜਾਣਗੇ ਤੈਨੂੰ। ਗਈ ਬਹੋੜ ਬੰਦੀ ਛੋੜ। ਵੀ ਭਾਵ ਕਿ ਜਿਹੜਾ ਪ੍ਰੇਮ ਦੇ ਨਾਲ ਪਰਮਾਤਮਾ ਨੂੰ ਯਾਦ ਕਰੇਗਾ, ਉਹਦਾ ਪਿਛਲਾ ਸਮਾਂ ਵੀ ਸਫਲ ਹੋ ਜਾਂਦਾ ਫਿਰ। ਸੋ ਇਹ ਦੁਖੀ ਸੀ, ਘਰ ਵਾਲਿਆਂ ਨੇ ਬਾਹਰ ਕੱਢ ਦਿੱਤਾ। ਜਦੋਂ ਦੁਖੀ ਹੁੰਦਾ ਫਿਰ ਉਹਨੂੰ ਰੱਬ ਚੇਤੇ ਆਉਂਦਾ। ਸਤਿਗੁਰੂ ਮਹਾਰਾਜ ਜੀ ਉੱਥੇ ਚਲੇ ਗਏ, ਸਾਹਮਣੇ ਜਾ ਕੇ ਮਹਾਰਾਜ ਬਹਿ ਗਏ ਤੇ ਸਤਿਗੁਰੂ ਮਹਾਰਾਜ ਜੀ ਜਦੋਂ ਇਹਦੇ ਵੱਲ ਵੇਖਿਆ ਨਾ, ਅੰਮ੍ਰਿਤ ਭਿੰਨੇ ਲੋੜਾਂ, ਮਹਾਰਾਜ ਅੰਮ੍ਰਿਤ ਭੇਜੇ ਨੇਤਰਾਂ ਨੇ ਜਦੋਂ ਇਹਦੀ ਦ੍ਰਿਸ਼ਟੀ ਪਾਈ, ਕਹਿੰਦੇ ਵਿਚਾਰਾ ਇਹ ਤੜਫ ਰਿਹਾ ਸੀ। ਕੋੜ ਦਾ ਦੁਖੀ ਐਸਾ ਹੈ, ਬਹੁਤ ਬੇਅਕਲ ਸੀ, ਬੇਚੈਨ ਸੀ, ਅਸ਼ਾਂਤ ਸੀ। ਜਦੋਂ ਮਹਾਰਾਜ ਦੇ ਨੇਤਰਾਂ ਦੀ ਦ੍ਰਿਸ਼ਟੀ ਪਈ, ਇਹਦੇ ਮਨ ਨੂੰ ਸ਼ਾਂਤੀ ਆ ਗਈ। ਜਿਵੇਂ ਕੋਈ ਨਾ ਤਪਦੇ ਅੰਗਿਆਰਾਂ ਤੇ ਪਾਣੀ ਪਾ ਦੇਵੇ, ਉਹ ਤਪਦੀ ਅੱਗ ਬੁਝ ਜਾਵੇ, ਇਸ ਤਰ੍ਹਾਂ ਇਹਨੂੰ ਕੁਝ ਸ਼ਾਂਤੀ ਮਿਲੀ। ਜਦੋਂ ਸੂਰਜ ਛਿਪ ਗਿਆ, ਹਨੇਰਾ ਹੋ ਗਿਆ, ਇਹ ਨੇਤਰਾਂ ਦੇ ਅੱਗੇ ਹਨੇਰਾ ਆ ਗਿਆ ਤੇ ਮਹਾਰਾਜ ਦੇ ਦਰਸ਼ਨ ਹੋਣੋਂ ਹਟ ਗਏ ਇਸਨੂੰ। ਇਹ ਫਿਰ ਉਸੇ ਤਰ੍ਹਾਂ ਰੋਣ ਲੱਗ ਪਿਆ, ਪ੍ਰਲਾਪ ਕਰਨ ਲੱਗ ਪਿਆ ਤੇ ਉੱਚੀ ਉੱਚੀ ਪੁਕਾਰ ਕਰਦਾ, ਮਹਾਰਾਜ ਕਿਰਪਾ ਕਰੋ, ਤੁਹਾਡੇ ਦਰਸ਼ਨ ਕਰਕੇ, ਤੁਹਾਡੀ ਕਿਰਪਾ ਦ੍ਰਿਸ਼ਟੀ ਦੇ ਨਾਲ ਮੈਨੂੰ ਸ਼ਾਂਤੀ ਮਿਲ ਰਹੀ, ਪਰ ਹੁਣ ਤੁਹਾਡੇ ਦਰਸ਼ਨ ਨਹੀਂ ਹੋ ਰਹੇ, ਕਿਰਪਾ ਕਰ ਦਿਓ, ਮੈਂ ਬਹੁਤ ਦੁਖੀ ਹਾਂ। ਫਿਰ ਉੱਥੇ ਮਹਾਰਾਜ ਨੇ ਸ਼ਬਦ ਉਚਾਰਨ ਕਰਿਆ ਤੇ ਮਰਦ ਰਾਸੀ ਰਾਗ ਦੇ ਵਿੱਚ ਹੈ, ਜੀਓ ਤਪਤ ਹੈ ਬਾਰੋ ਵਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਬਿਸਰ ਜਾਈ, ਜੋ ਪੱਕਾ ਰੋਗੀ ਬਿਲ ਲਾਏ। ਉੱਥੇ ਬਾਅਦ ਫਿਰ ਸ਼ਬਦ ਦੁਆਰਾ ਨੂੰ ਗਿਆਨ ਕਰਵਾਇਆ। ਮਹਾਰਾਜ ਕਹਿੰਦੇ ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ। ਕਿਉਂਕਿ ਇਹਦਾ ਪਿਛਲਾ ਜੀਵਨ ਚੰਗਾ ਨਹੀਂ ਸੀ। ਜਵਾਨੀ ਦੇ ਵੇਲੇ ਇਹਨੇ ਬੜੀਆਂ ਖਰਬਸਤੀਆਂ ਕਰੀਆਂ, ਪੈਸੇ ਕੋਲ ਸੀ, ਧਨ ਕੋਲ ਸੀ ਜਵਾਨੀ ਦੀ, ਤੇ ਪਾਪ ਕਰਮ ਕਰੇ ਤੇ ਪਾਪ ਕਰਮਾਂ ਦਾ ਫਲ ਇਹ ਮਿਲਿਆ ਕਿ ਸਰੀਰ ਨੂੰ ਰੋਗ ਲੱਗ ਗਿਆ। ਤੇ ਮਹਾਰਾਜ ਕਹਿੰਦੇ ਜੇਤਾ ਮੋਹ ਪ੍ਰੀਤ ਸਵਾਦ। ਜਿਹੜੇ ਸਵਾਦ ਨੇ ਨਾ ਸੰਸਾਰੀ, ਜਿਹੜਾ ਸੰਸਾਰ ਦਾ ਸਭਾ ਕਾਲਖ,
ਇਹ ਮੂੰਹ ਨੂੰ ਕਾਲ ਖਿਲਾਉਣ ਵਾਲੇ ਨੇ। ਦਾਗਾ ਦਾਗ ਦਾਗ ਦੋਸ ਮੋਹ ਚਲਿਆ ਜਾਏ, ਦਰਗਾਹ ਵੈਸਣ ਨਾਹੀ ਜਾਏ। ਕਹਿੰਦੇ ਦਰਗਾਹ ਵਿੱਚ ਟਿਕਾਣਾ ਨਹੀਂ ਮਿਲਣਾ। ਜੇ ਕੋ ਡੂਬੈ ਕਰ ਹੋਵੇ ਸਾਰ, ਨਾਨਕ ਸੱਚਾ ਸਰਬ ਦਾਤਾ। ਜੇ ਕੋ ਡੁੱਬ ਜਾਵੇ, ਕਹਿੰਦਾ ਇਸ ਤਰ੍ਹਾਂ ਜੋ ਡੁੱਬਿਆ ਹੋਇਆ ਸੀ, ਕਹਿੰਦੇ ਸੱਚਾ ਪ੍ਰਮਾਤਮਾ ਦਾ ਤਾਰ ਹੈ, ਫਿਰ ਉਹੀ ਕੱਢ ਸਕਦਾ ਹੈ। ਐਸੇ ਡੁੱਬੇ ਹੋਏ ਇਨਸਾਨ ਨੂੰ ਫਿਰ ਪੂਰਾ ਗੁਰੂ ਕੱਢਦਾ ਹੈ। ਫਿਰ ਮਹਾਰਾਜ ਨੇ ਉਹ ਸ਼ਬਦ ਉਚਾਰਨ ਕੀਤਾ ਤੇ ਉਹਨੂੰ ਮਹਾਰਾਜ ਨੇ ਭਗਤੀ ਦਾ ਮਾਰਗ ਦੱਸਿਆ, ਉਹਦੀ ਕਲਿਆਣ ਕਰੀ। ਸੋ ਕਹਿਣ ਤੋਂ ਭਾਵ ਵੀ ਗੁਰੂ ਦੇ ਅੰਮ੍ਰਿਤ ਭਿੰਨੇ ਲੋਇਣਾ, ਸਤਿਗੁਰੂ ਦੇ ਨੇਤਰਾਂ ਦੇ ਵਿੱਚ ਵੀ ਅੰਮ੍ਰਿਤ ਭਿੱਜੇ ਹੋਏ ਨੇਤਰ ਹਨ। ਮਨ ਪ੍ਰੇਮ ਰਤਨਾ ਰਾਮ ਰਾਜੇ, ਜਦੋਂ ਰਮੇ ਹੋਏ ਪਰਮੇਸ਼ਰ ਰਾਜਾ ਨੂੰ ਪਰਮੇਸ਼ਰ ਦੇ ਪ੍ਰੇਮ ਵਿੱਚ ਮਨ ਰਤਨਾ ਕੀ ਰਤਿਆ ਜਾਂਦਾ ਹੈ ਨਾ, ਫਿਰ ਕਹਿੰਦੇ ਇਸ ਤਰ੍ਹਾਂ ਨੇਤਰਾਂ ਦੇ ਵਿੱਚ ਵੀ ਨਾਮ ਅੰਮ੍ਰਿਤ ਦੀ ਝਲਕ ਮਿਲਦੀ ਹੈ। ਨੇਤਰਾਂ ਵਿੱਚ ਵੀ ਅੰਮ੍ਰਿਤ ਦੇ ਨੇਤਰ ਉਹ ਵੀ ਅੰਮ੍ਰਿਤ ਵਿੱਚ ਭਿੱਜ ਜਾਂਦੇ ਹਨ। ਮਨ ਰਾਮ ਕਸਵੱਟੀ ਲਾਇਆ ਕੰਚਨ ਸੋਇਨਾ। ਕਸਵੱਟੀ ਸ਼ਬਦ ਆਪਾਂ ਬਹੁਤ ਵਾਰੀ ਪੜ੍ਹਦੇ ਹਾਂ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ। ਰਾਮ ਕਸੌਟੀ ਸੋ ਸਹੈ, ਜੋ ਮਰ ਜੀਵਾ ਹੋਏ। ਕਸਵੱਟੀ ਸਾਧ ਸੰਗਤ ਜੀ ਇਹ ਇੱਕ ਕਾਲਾ ਪੱਥਰ ਹੁੰਦਾ ਹੈ। ਕਹਿੰਦੇ ਜਿਹੜੇ ਸੁਨਿਆਰੇ ਨੇ ਉਹਨਾਂ ਕੋਲ ਹੁੰਦਾ ਇਹ, ਜਿਹੜੇ ਪਾਰਕੂ ਨੇ, ਇਹ ਕਾਲੇ ਰੰਗ ਦਾ ਇੱਕ ਪੱਥਰ ਹੁੰਦਾ ਹੈ। ਇਹਦੇ ਸੋਨੇ ਨੂੰ ਘਸਾ ਕੇ ਵੇਖਦੇ ਆ ਉਹ ਵੀ ਸੋਨਾ ਨਕਲੀ ਹੈ ਜਾਂ ਅਸਲੀ ਹੈ। ਇਹ ਉਹ ਸੋਨੇ ਦੀ ਪਰਖ ਵਾਸਤੇ ਹੈ। ਕਸਵੱਟੀ ਕਾਲੇ ਰੰਗ ਦਾ ਪੱਥਰ ਹੁੰਦਾ ਹੈ ਤੇ ਕੰਚਨ ਸੋਨੇ ਦਾ ਹੈ। ਸੋਨਾ ਹੁੰਦਾ ਹੈ ਵੀ ਸੋਨੇ ਰੰਗ ਦਾ, ਸਵਰਨ ਰੰਗ ਦਾ, ਅਥਵਾ ਸੰਸਕ੍ਰਿਤ ਵਿੱਚ ਨਾ ਬੰਨੀ ਕਹਿੰਦੇ ਨੇ ਅੱਗ ਨੂੰ, ਵਰਨੀ ਅੱਗ ਦਾ ਨਾਂ ਹੈ। ਸੋ ਦਾ 100 ਵਾਰੀ, ਭਾਵ ਕਿ ਅਨੇਕਾਂ ਵਾਰੀ ਨਾ ਸੁਨਿਆਰੇ ਸੋਨੇ ਨੂੰ ਵਾਰ-ਵਾਰ ਅੱਗ 'ਚ ਪਾਉਂਦੇ ਹੈ, ਵਾਰ-ਵਾਰ ਤਾਉਂਦੇ ਹੈ, ਉਹ ਸੋਨੇ ਦੀ ਮੈਲ ਕੱਢਦੇ ਹੈ। ਗੁਰਬਾਣੀ ਵਿੱਚ ਇਹ ਪ੍ਰਮਾਣ ਵੀ ਆਉਂਦਾ ਹੈ। ਤੇ ਜਦੋਂ ਤੱਕ ਸੋਨਾ ਨਾ ਦੇ ਵਿੱਚ ਕੋਈ ਖੋਟ ਹੁੰਦੀ ਹੈ ਤੇ ਕਬਰੋ ਹੋਤ ਫਿਰੋ, ਕਹਿੰਦੇ ਉਹ ਕਠਾਲੀ ਵਿੱਚ ਭੱਜਿਆ ਫਿਰਦਾ ਹੈ। ਜਬ ਤੇ ਸੁੱਧ ਪਏ ਹੈ ਵਾਰਾ, ਤਬ ਤੇ ਥਾਨ ਫਿਰੋ। ਜਿਸੋ ਕਨਕ ਕੋਠਰੀ ਕੁਠਾਲੀ ਵਿੱਚ ਨਾ ਕਬਰੋ ਹੋਤ ਫਿਰੋ, ਸੋਨਾ ਭੱਜਿਆ ਫਿਰਦਾ ਹੈ ਜਦੋਂ ਤੱਕ ਕੋਈ ਸ਼ੁੱਧ ਨਹੀਂ ਹੁੰਦਾ। ਜਬ ਤੇ ਸੁੱਧ ਪਏ ਹੈ ਵਾਰਾ, ਤਬ ਤੇ ਥਾਨ ਫਿਰੋ। ਸੋ ਸਵੈਨਾ ਭਾਵ ਕੀ ਹੈ? ਸੋਨਾ, ਸੁੱਧ ਸੋਨਾ ਜਿਹਨੂੰ ਕਸਵੱਟੀ ਲੱਗੀ ਹੋਵੇ। ਕੰਚਨ ਸੋਵੈਨਾ, ਕਹਿੰਦੇ ਮਨ ਰਾਮ ਕਸਵੱਟੀ ਲਾਇਆ। ਇੱਥੇ ਅੰਤਰੀ ਵਰਤ ਨੇ ਵੀ ਮਨ ਨੂੰ ਪਰਮਾਤਮਾ ਦੀ ਬੰਦਗੀ ਰੂਪੀ, ਭਗਤੀ ਰੂਪੀ ਕਸਵੱਟੀ ਤੇ ਲਾਇਆ। ਜਦੋਂ ਭਗਤੀ ਰੂਪੀ ਕਸਵੱਟੀ ਤੇ ਲਾਇਆ, ਫਿਰ ਕਹਿੰਦੇ ਕੰਚਨ ਸੋਵੈਨਾ, ਕਹਿੰਦੇ ਜਿਹੜਾ ਸੁੱਧ ਸੋਨਾ ਹੈ, ਕਹਿੰਦੇ ਉਸ ਤਰ੍ਹਾਂ ਕਹਿੰਦੇ ਮਨ ਦਾ ਰੰਗ ਹੋ ਗਿਆ। ਫਿਰ ਇਹ ਪ੍ਰਮਾਣ ਹੈ ਸੁੱਧ ਕੇਵਲ ਪਰਮਾਤਮਾ ਹੀ ਹੈ। ਬਾਕੀ ਸਾਰੀ ਜਿਤਨੀਆਂ ਵੀ ਸਾਇਆਂ ਨੇ ਸਾਰੀਆਂ ਅਸੁੱਧ ਨੇ। ਵੈਸੇ 6 ਜੋਤੀਆਂ ਮੰਨੀਆਂ ਨੇ ਗ੍ਰੰਥਾਂ ਦੇ ਵਿੱਚ, ਸੂਰਜ, ਚੰਦਰਮਾ, ਤਾਰੇ, ਬਿਜਲੀ, ਬੁੱਧੀ, ਇਹ 6 ਚੀਜ਼ਾਂ ਜਿਹੜੀਆਂ ਨੇ ਵੀ ਇਹ ਚਾਨਣਾ ਦਿੰਦੀਆਂ ਜੋਤੀਆਂ, 6 ਜੋਤੀਆਂ। ਇਹ ਜਿਹੜੀਆਂ 6 ਜੋਤੀਆਂ ਨੇ ਨਾ, ਜਿਹੜੀ ਇਸ ਇੱਕ ਬ੍ਰਹਮੰਡ ਦੇ ਵਿੱਚ ਆਪਾਂ ਵੇਖਦੇ ਹਾਂ, ਕਹਿੰਦੇ ਇਹ ਵੀ ਮਲੀਨ ਹਨ। ਮੈਲਾ ਬਲਤਾ ਸੰਸਾਰ, ਮੈਲਾ ਰਵ, ਮੈਲਾ ਚੰਦ। ਸੂਰਜ ਵੀ ਮੈਲਾ ਹੈ। ਵੈਸੇ ਵੀ ਆਪਾਂ ਵੇਖਦੇ ਹਾਂ ਜਿਹੜੇ ਨਾ ਨਿੱਤ ਹੀ ਬਾਹਰ ਕੰਮ ਕਰਦੇ ਆ ਨਾ ਧੁੱਪ ਦੇ ਵਿੱਚ, ਉਹਦਾ ਰੰਗ ਕਾਲਾ ਹੋ ਜਾਂਦਾ। ਚੰਦਰਮਾ ਵੀ, ਇਹ ਵੀ ਮੈਲਾ ਹੈ। ਜਿਹੜੇ ਆ ਬਿਜਲੀ ਹੈ, ਆ ਬਲਬ ਦੇ ਕੋਲੇ ਥੋੜੀ ਥਾਂ ਦੇਖੋ, ਉਹ ਵੀ ਕਾਲੀ ਹੋ ਜਾਂਦੀ ਹੈ। ਸੋ ਕਹਿਣ ਤੋਂ ਭਾਵ ਸਾਰਾ ਕੁਝ ਹੀ ਮੈਲਾ ਹੈ। ਪਰ ਪਰਮਾਤਮਾ ਦਾ ਸਾਸਨ ਜਿਹੜਾ ਚਾਨਣਾ ਹੈ ਨਾ, ਪ੍ਰਕਾਸ਼ ਹੈ, ਨਾਮ ਦਾ ਪ੍ਰਕਾਸ਼ ਐਸਾ ਹੈ, ਇਹ ਉਜਲਾ ਕਰਦਾ ਹੈ। ਪਰਮਾਤਮਾ ਦਾ ਨਾਮ ਇਹ ਮਨ ਨੂੰ ਸਾਫ਼ ਕਰਦਾ ਹੈ, ਉਜਲਾ ਕਰਦਾ ਹੈ, ਸੁਵੰਨਾ ਕਰਦਾ ਹੈ, ਸ੍ਰੇਸ਼ਟ ਰੰਗ ਵਾਲਾ ਕਰਦਾ ਹੈ। ਜਦੋਂ ਕਹਿੰਦੇ ਭਗਤੀ ਰੂਪੀ ਕਸਵੱਟੀ ਤੇ ਮਨ ਲੱਗ ਗਿਆ, ਕਸਵੱਟੀ ਤੇ ਪੂਰਾ ਉਤਰ ਗਿਆ। ਕਿਉਂਕਿ ਭਗਤੀ ਵਿੱਚ ਵੀ ਫਰਕ ਹੈ। ਏਕ ਰਾਮ ਸਭ ਕੋ ਕਹੇ, ਇੱਕ ਤਾਂ ਹਰ ਕੋਈ ਰਾਮ ਕਹਿੰਦਾ ਹੈ। ਕਬੀਰ ਰਾਮੈ ਰਾਮ ਕਹੋ ਕਹਿ ਵੀ ਮਾਹੇ ਵਿਵੇਕ, ਏਕ ਅਨੇਕਾ ਮਿਲ ਗਿਆ। ਕਿ ਇੱਕ ਤਾਂ ਸਾਰੇ ਰਾਮ ਜਿਹੜੇ ਗਾਉਣ ਵਾਲੇ ਇਹ ਵੀ ਇੱਕ ਜੋ ਸ਼ੁਰੂ ਕਰਦੇ ਆ, ਇਹ ਵੀ ਰਾਮ ਰਾਮ ਕਹਿੰਦੇ ਨੇ।
ਚੋਰ ਵੀ ਕਹਿੰਦੇ ਐ ਸਾਧ ਸੰਗਤ ਜੀ, ਜ਼ਾਰ ਵੀ ਕਹਿੰਦੇ ਐ, ਪਰ ਅਸਲ ਵਿੱਚ ਜਿਹੜਾ ਭਗਤੀ ਦਾ ਭਾਵ ਹੈ ਭੈ ਗਤੀ, ਜਿੱਥੇ ਭੈ ਨੂੰ ਡਰਦਾ ਹੈ, ਗਤ ਨੂੰ ਚਲੇ ਜਾਣ ਦਾ, ਜਿੱਥੇ 7 ਪ੍ਰਕਾਰ ਦਾ ਡਰ ਚਲਿਆ ਜਾਵੇ। ਜੈ ਭੈ, ਪ੍ਰਲੋਕ ਭੈ, ਜਨ ਬੇਦਨਾ ਜਾਤ, ਅਣਰਖਿਆ ਗੁਪਤ ਭੈ, ਅਕਸਮਾਤਰ ਭੈ ਸਾਤ। 7 ਤਰ੍ਹਾਂ ਦਾ ਡਰ ਹੈ। ਪ੍ਰਭ ਕੀ ਸਰਣ ਸਗਲ ਭੈ ਲਾਥੇ, ਦੁਖ ਬਿਨਸੇ ਸੁਖ ਪਾਇਆ। ਭੈ ਗਤੀ ਭਗਤੀ, ਜਦੋਂ ਪਰਮਾਤਮਾ ਦੇ ਨਾਮ ਦੇ ਨਾਲ ਮਨ ਜੁੜ ਗਿਆ ਨਾ, ਇੱਕ ਸਵੱਟੀ ਲੱਗ ਗਈ, ਫਿਰ ਭਗਤੀ ਹੁੰਦੀ ਹੈ, ਭੈ ਚਲਿਆ ਜਾਂਦਾ ਹੈ। ਫਿਰ ਉਹ ਕਹਿੰਦਾ ਹੈ, ਅੰਦਰੋਂ ਜਗਿਆਸੂ ਦੀ ਅੰਦਰੋਂ ਆਵਾਜ਼ ਆਉਂਦੀ ਹੈ ਕਿ ਸੁਰਗ ਵਾਸ ਨਾ ਬਾਸੀਐ, ਡਰੀਏ ਨਾ ਨਰਕ ਨਿਵਾਸ। ਹੋ ਨਾ ਹੋਏ ਸੋ ਹੋਏ ਹੈ, ਕਰੇ ਮਨ ਨਾ ਕੀਜਿਆ। ਉਹ ਕੋਈ ਆਸਾ ਹੀ ਨਹੀਂ, ਕੇਵਲ ਇੱਕ ਬੰਦਗੀ ਦੀ ਮਨ ਵਿੱਚ ਲਾਸ ਆਵਣੀ ਨੇ ਵੀ ਇੱਕ ਭਗਤੀ ਉਹ ਕਰਨੀ ਹੈ, ਰੱਬ ਨੂੰ ਚੇਤੇ ਹੀ ਕਰਨਾ ਹੈ। ਇੱਕ ਸਵੱਟੀ ਲੱਗ ਗਈ। ਫਿਰ ਕਹਿੰਦੇ ਕੀ ਹੁੰਦਾ, ਕੰਚਨ ਸੋਇਨਾ, ਕਹਿੰਦੇ ਫਿਰ ਸੋਨੇ ਦੀ ਨਿਆਈ ਮਨ ਸੁੱਧ ਸੋਨਾ ਹੋ ਜਾਂਦਾ ਹੈ। ਜਿਹੜਾ ਸ੍ਰੇਸ਼ਟ ਰੰਗ ਹੈ ਸਵਰਨ ਦਾ, ਉਹ ਚੜ੍ਹ ਜਾਂਦਾ ਹੈ। ਗੁਰਮੁਖ ਰੰਗ ਚਲੂਲਿਆ, ਮੇਰਾ ਮਨ ਤਨੋਂ ਭਿੰਨਾ। ਹੁਣ ਇਸ ਵਿੱਚ ਆਇਆ ਰੰਗ ਚਲੂਲਿਆ, ਚਲੋਲ ਤੋਂ ਭਾਵ ਹੈ ਗਾੜਾ ਰੰਗ। ਸੁਰਖ ਲਾਲ ਕਹੇ, ਬਿਲਕੁਲ ਲਾਲ ਸੁਰਖ ਰੰਗ। ਗੁਰਬਾਣੀ ਵਿੱਚ ਵਾਰ-ਵਾਰ ਨਾ 2 ਰੰਗਾਂ ਦੀ ਗੱਲ ਆਉਂਦੀ ਹੈ, 2 ਰੰਗ। ਇੱਕ ਤਾਂ ਹੈਗਾ ਇਹ ਚਲੋਲਾ ਰੰਗ ਕਹਿ ਲਓ, ਜਾਂ ਮਜੀਠਾ ਰੰਗ, ਮਜੀਠ ਰੰਗ। ਰੰਗ ਜੇ ਪਾਈਏ 9 ਮਜੀਠ। ਤੇ ਇੱਕ ਹੈ ਸਾਸ ਕਸੁੰਭੜਾ ਰੰਗ, ਕਸੁੰਭਾ। ਜਿਹੜਾ ਕਸੁੰਭਾ ਰੰਗ ਹੁੰਦਾ ਨਾ, ਇਹ ਬਹੁਤ ਕੱਚਾ ਹੁੰਦਾ ਹੈ, ਪਰ ਦੇਖਣ ਨੂੰ ਇਹ 'ਚ ਬਹੁਤ ਚਮਕ ਹੁੰਦੀ ਹੈ, ਚਮਕੀਲਾ ਬੜਾ ਹੁੰਦਾ ਇਹ। ਪਰ ਥੋੜੀ ਜਿਹੀ ਧੁੱਪ ਲੱਗ ਜਾਵੇ ਨਾ, ਛਿਨਾਂ ਵਿੱਚ ਹੀ ਨਾਸ ਹੋ ਜਾਂਦਾ ਹੈ। 4 ਪਾਣੀ ਦੀਆਂ ਬੂੰਦਾਂ ਪੈ ਜਾਣ, ਰੰਗ ਉਸੇ ਵੇਲੇ ਉੱਡ ਜਾਂਦਾ ਹੈ। ਇਹ 2 ਰੰਗਾਂ ਦੀ ਗੱਲ ਹੀ ਹੈ। ਜਿੱਥੇ ਤਾਂ ਗੂੜਾ ਰੰਗ ਦੀ ਗੱਲ ਹੈ, ਮਜੀਠ ਦੀ ਰੰਗ ਹੈ, ਉੱਥੇ ਦਾ ਹੈ ਪ੍ਰਮਾਤਮਾ ਦੇ ਨਾਮ ਦੀ ਗੱਲ। ਉਹ ਰੰਗ ਜਿਹੜਾ ਹੈ ਪ੍ਰਮਾਤਮਾ ਦੇ ਨਾਮ ਨਾਲ ਉਹਦੀ ਤੁਲਨਾ ਕਰਦੇ। ਜਿੱਥੇ ਕੁਸੁੰਭੜਾ ਰੰਗ ਦੀ ਗੱਲ ਹੈ, ਕੁਸੁੰਭਾ, ਉੱਥੇ ਹੈ ਮਾਇਆ ਦਾ ਰੰਗ। ਇਸੇ ਨੂੰ ਮਹਾਰਾਜ ਕਹਿੰਦੇ ਆ, ਤੇ ਹੱਥ ਨਾ ਲਾਈ ਕੁਸੁੰਭੜਾ, ਜਲ ਜਾਸੀ ਢੋਲਾ। ਵੈਸੇ ਮੁਲਤਾਨ ਵਿੱਚ ਨਾ ਅੱਗ ਨੂੰ ਕਹਿੰਦੇ ਆ, ਕੁਸੁੰਭ ਦਾ ਅਰਥ ਹੈ ਅੱਗ। ਹੱਥ ਨਾ ਲਾਈ ਕੁਸੁੰਭੜਾ, ਜਲ ਜਾਸੀ ਢੋਲਾ। ਵੀ ਜਿਹੜੀ ਮਾਇਆ ਨਾ, ਇਹ ਅੱਗ ਦੀ ਨਹੀਂ ਆਈ ਹੈ, ਚਮਕ ਬੜੀ ਹੈ ਇਹਦੇ ਵਿੱਚ। ਜੀਵ ਭਰਵਾ ਜਾਂਦੇ, ਭਰਮ ਵਿੱਚ ਆ ਜਾਂਦੇ ਹੈ, ਜ਼ਿਆਦਾ ਇਸੇ ਦੀ ਅਸਰ ਹੈ ਮਾਇਆ ਦਾ ਹੀ। ਉਹ ਬਾਕੀ ਥੋੜੇ ਨੇ, ਜਿਹਨੂੰ ਨਾਮ ਦਾ ਰੰਗ ਲੱਗਿਆ ਹੋਇਆ ਉਹ ਥੋੜੇ, ਕਿਉਂਕਿ ਵੈਸੇ ਵੀ ਜਿਹੜੀ ਮਹਿੰਗੀ ਚੀਜ਼ ਹੁੰਦੀ ਹੈ ਉਹਦੀ ਗਿਣਤੀ ਘੱਟ ਹੀ ਹੁੰਦੀ ਹੈ। ਹੀਰੇ ਕਿਤੇ ਨੇ ਆਮ ਮਿਲਦੇ, ਕਿਤੇ ਹੀਰੇ ਨਹੀਂ ਮਿਲਦੇ। ਸੋਨੇ ਦੀਆਂ ਦੁਕਾਨਾਂ ਬੜੀਆਂ ਥੋੜੀਆਂ ਨੇ, ਬਾਕੀ ਬਾਜ਼ਾਰ ਭਰੇ ਪਏ ਨੇ। ਇਸੇ ਤਰ੍ਹਾਂ ਨਾਮ ਦੇ ਰਸੇ ਘੱਟ ਹੁੰਦੇ ਆ, ਮਾਇਆ ਦੇ ਜਿਹੜੇ ਇੱਛਾਵਾਨ ਜ਼ਿਆਦਾ ਹੁੰਦੇ ਆ। ਜਿਹੜੀ ਮਾਇਆ ਦਾ ਰੰਗ ਹੈ, ਇਹ ਹੈ ਸਾਧ ਸੰਗਤ ਜੀ ਫਿੱਕਾ ਰੰਗ ਹੈ। ਮਾਇਆ ਦਾ ਰੰਗ ਫਿੱਕਾ ਕਿਹਾ ਮੈਂ, ਬਿਲਸੋ ਜਾਂ ਤੋਂ ਨਿਦਾਨ ਵੇ, ਅੰਤ ਵੇਲੇ ਵਿਰਸ ਜਾਂਦਾ ਹੈ। ਸੋ ਕਹਿਣ ਤੋਂ ਭਾਵ ਗੁਰਮੁਖ ਰੰਗ ਚਲੂਲਿਆ, ਕਹਿੰਦੇ ਗੁਰੂ ਦੁਆਰਾ ਜਿਹੜੇ ਗੁਰੂ ਦੇ ਸਨਮੁਖ ਹੋ ਗਏ, ਰੰਗ ਚਲੂਲਿਆ, ਕਹਿੰਦੇ ਉਹਨੂੰ ਨਾਮ ਦਾ ਚਲੂਲਿਆ ਕਿ ਗਾੜਾ ਰੰਗ ਚੜ ਗਿਆ। ਗਾੜੇ ਰੰਗ ਤੋਂ ਕੀ ਭਾਵ ਹੈ, ਜਿਹੜੀ ਆਪਣੀ ਨਾ ਆਤਮਾ ਹੈ, ਜਿਹੜੀ ਬਿਰਤੀ ਹੈ ਨਾ, ਬਿਰਤੀ ਮਨ ਦੀਆਂ 5 ਬਿਰਤੀਆਂ ਨੇ, ਨਿੰਦਰਾ, ਸੰਕਲਪ, ਵਿਪਰਜੈ ਇਤਿਆਦਿਕ। ਕਹਿੰਦੇ ਮਨ ਦੀ ਜਿਹੜੀ ਬਿਰਤੀ ਹੈ ਇਹ ਆਤਮਾਕਾਰ ਹੋ ਜਾਣੀ। ਆਪਣੀ ਆਤਮਾ ਦਾ ਜਿਹੜੀ ਆਪਣੀ ਜਿਹਨੂੰ ਮਹਾਰਾਜ ਕਹਿੰਦੇ ਹੈ ਤੇ ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ। ਆਤਮਾ ਹੀ, ਜਿਹੜੀ ਆਤਮਾ ਹੈ ਆਪਣੀ, ਉਹ ਪ੍ਰਮਾਤਮਾ ਦਾ ਰੂਪ ਹੀ ਹੈ। ਪਰ ਉਹ ਪ੍ਰਮਾਤਮਾ ਦਾ ਰੂਪ ਤਾਂ ਹੈ, ਪਰ ਪ੍ਰਮਾਤਮਾ ਵਾਲੇ ਪਾਸੇ ਜੀਵ ਨੇ ਪਿੱਠ ਕਰ ਲਈ। ਹੈ ਤਾਂ ਪ੍ਰਮਾਤਮਾ ਸਾਰੇ ਪਾਸੇ ਹੀ ਹੈ, ਭਾਵ ਮਾਇਆ ਵਾਲੇ ਪਾਸੇ ਮੂੰਹ ਕਰ ਲਿਆ। ਜਦੋਂ ਗੁਰੂ ਦੀ ਕਿਰਪਾ ਹੋ ਗਈ, ਗੁਰੂ ਦੇ ਕੋਲੋਂ ਸਿੱਖਿਆ ਮਿਲੀ, ਫਿਰ ਕਹਿੰਦੇ ਜਿਹੜੀ ਬਿਰਤੀ ਹੈ ਨਾ ਉਹ ਆਤਮਾਕਾਰ ਸਤਿਗੁਰੂ ਦੇ ਗੁਰੂ ਸ਼ਬਦ ਦੇ ਸਨਮੁਖ ਹੋ ਜਾਂਦੀ ਹੈ। ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਦਰ ਪ੍ਰਕਾਸ਼ੀ, ਉਲਟੀ ਜਿਹੜੀ ਹੈ ਨਾ ਉਲਟ ਹੋ ਜਾਂਦੀ ਹੈ ਬਿਰਤੀ। ਫਿਰ
ਆਤਮਾਕਾਰ ਹੋ ਜਾਂਦੀ ਹੈ। ਇਹਨੂੰ ਕਿਹਾ ਚਲੂਲਾ ਰੰਗ, ਗਾੜਾ ਰੰਗ ਹੈ ਨਾਮ ਦਾ। ਰੰਗ ਚਲੂਲਿਆ, ਕਹਿੰਦੇ ਮੁਖੀ ਗੁਰਦੁਆਰਾ ਕਹਿੰਦੇ ਰੰਗ ਚਲੂਲਿਆ, ਮੇਰਾ ਮਨ ਤਨੋਂ ਭਿੰਨਾ, ਮੇਰਾ ਕਹਿੰਦੇ ਮਨ ਵੀ ਅਤੇ ਤਨ ਵੀ ਰੰਗ ਵਿੱਚ ਪਰਮਾਤਮਾ ਦੇ ਨਾਮ ਰੰਗ ਵਿੱਚ ਭਿੱਜ ਗਿਆ। ਹੁਣ ਗੂੜਾ ਰੰਗ ਚੜ ਗਿਆ। ਲਾਲ ਰੰਗ ਤਾਕੋ ਲਾਗਾ, ਜਾ ਕੇ ਬੜ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੇ ਤਾਗਾ। ਇਹ ਫਿਰ ਨਾਮ ਦਾ ਐਸਾ ਰੰਗ ਹੈ ਨਾ, ਇਹਨੂੰ ਕਦੇ ਫਿਰ ਕਿਸੇ ਪ੍ਰਕਾਰ ਦਾ ਵਿਕਾਰਾਂ ਦਾ ਦਾਗ ਨਹੀਂ ਲੱਗ ਸਕਦਾ। ਇੱਕ ਵਾਰੀ ਰੰਗ ਚੜ ਜਾਵੇ, ਚੜ੍ਹਦਾ ਬੜਾ ਔਖਾ ਹੈ। ਚੜ ਜਾਵੇ ਨਾ ਇੱਕ ਵਾਰੀ ਨਾਮ ਦਾ ਰੰਗ, ਫਿਰ ਨਹੀਂ ਲਾਗੇ ਦਾਗਾ, ਫਿਰ ਇਹਨੂੰ ਕਿਸੇ ਪ੍ਰਕਾਰ ਦੇ ਵਿਕਾਰ ਨਹੀਂ ਹੋ ਸਕਦੇ, ਨੇੜੇ ਨਹੀਂ ਆਉਂਦੇ ਵਿਕਾਰ। ਇਹ ਨਾਮ ਦਾ ਐਸਾ ਗੂੜਾ ਰੰਗ ਹੈ। ਕਾਇਆ ਰੰਗਣ ਜਿੱਥੇ ਪਾਈਐ, ਪਾਈਐ ਪਿਆਰੇ ਤਾਂ ਪਾਈਐ ਨਾਮ ਜੀਠ। ਰੰਗਣ ਵਾਲੇ ਰੰਗੇ ਸਭ ਐਸਾ ਰੰਗ ਨਾ ਡੀਠ। ਇਹ ਐਸਾ ਰੰਗ ਤੇ ਹੋ ਹੀ ਹੋ ਨਹੀਂ ਪਰਮਾਤਮਾ ਦੇ ਨਾਮ ਦੇ ਰੰਗ ਤੋਂ ਬਿਨਾਂ। ਕਹਿੰਦੇ ਫਿਰ ਮੇਰਾ ਮਨ ਤੇ ਅਤੇ ਤਨ ਦੋਨੋਂ ਭਿੱਜ ਗਏ ਨੇ, ਨਾਮ ਰੰਗ ਗੂੜਾ ਰੰਗ ਚੜ ਗਿਆ। ਚਲੋਲੇ ਤਾਂ ਆਤੇ ਗੂੜਾ ਸੁਰਖ ਲਾਲ ਰੰਗ ਨਾਮ ਦਾ ਚੜ ਗਿਆ। ਜਨ ਨਾਨਕ ਮੁਸਕ ਝਕੋਲਿਆ, ਸਭ ਜਨਮ ਤਨ ਧੰਨਾ। ਇੱਥੇ ਹੁਣ ਸਭ ਦੋ ਆਏ ਨੇ, ਮੁਸਕ ਤੇ ਝਕੋਲਿਆ। ਮੁਸਕ ਤੋਂ ਅਰਥ ਹੈ ਸੁਗੰਧਤ। ਝਕੋਲਣ ਤੋਂ ਭਾਵ ਹੈ ਜਿਵੇਂ ਨਾ ਆਪਾਂ ਪਾਣੀ 'ਚ ਮਧਾਣੀ ਪਾਉਂਦੇ ਆ ਜਾਂ ਜੇ ਦੁੱਧ ਵਿੱਚ ਮਧਾਣੀ ਪਾਉਂਦੇ ਆ ਤੇ ਰੜਕਦੇ ਆ ਨਾ, ਉਹਨੂੰ ਪਾ ਕਰਕੇ ਝਕੋਲਣਾ। ਹਵਾ ਦੇ ਨਾਲ ਛਿੜਨਾ ਪਾਣੀ ਨੇ, ਹਿਲਾਉਣਾ, ਇਹਦੇ ਝਕੋਲਣਾ ਕਹਿੰਦੇ। ਤੇ ਮੁਸਕ ਦਾ ਅਰਥ ਹੈ ਸੁਗੰਧਤ। ਤੇ ਮਹਾਰਾਜ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਨ ਨਾਨਕ ਮੁਸਕ ਝਕੋਲਿਆ, ਸਭ ਜਨਮ ਧਨ ਧੰਨਾ। ਇਥੇ ਸਭ ਸ਼ਬਦ ਆਇਆ, ਜਨਮ ਆਇਆ, ਸਾਰੇ ਜਨਮ, ਸਾਰੇ ਜਨਮ। ਇਹ ਸਾਰਾ ਜਨਮ ਇਹ ਵੀ ਕਹਿੰਦੇ ਪਿੱਛੇ ਵੀ ਜਿਹੜੇ ਆਪਾਂ ਜਨਮ ਭੋਗ ਕੇ ਆਏ ਨਾ, ਜੇ ਕਿਤੇ ਨਾਮ ਦਾ ਰੰਗ ਚੜ ਜਾਵੇ ਸਾਧ ਸੰਗਤ ਜੀ, ਐਡੀ ਵੱਡੀ ਮਹਾਨਤਾ ਪਰਮਾਤਮਾ ਦੇ ਨਾਮ ਦੀ, ਇਤਨਾ ਵੱਡਾ ਮਹਾਤਮ। ਕਿਉਂਕਿ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣਦੇ, ਜਾਣ ਦੋ ਨਾ ਜਿਨ੍ਹਾਂ ਭਾਗ ਮਥਾਏ, ਸਹੀ ਹਰ ਰੰਗ ਵਾਣ ਦੋ। ਪਰਮਾਤਮਾ ਸਾਰੀ ਪਰਮਾਤਮਾ ਦੇ ਨਾਮ ਦੀ ਸਾਰੀ ਖੇਡ ਚੱਲ ਰਹੀ ਹੈ ਸਾਰੀ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਆਕਾਸ਼ ਪਾਤਾਲ, ਨਾਮ ਕੇ ਧਾਰੇ ਪੁਰੀਆਂ ਸਭ ਭਵਨ। ਸੋ ਕਹਿਣ ਤੋਂ ਭਾਵ ਵੀ ਸਾਰੇ ਕੁਝ ਪਰਮਾਤਮਾ ਦੇ ਨਾਮ ਦੀ ਖੇਡ ਚੱਲ ਰਹੀ ਹੈ। ਇਹ ਬਸ ਖੇਡ ਹੀ ਹੈ ਇੱਕ ਪਰਮਾਤਮਾ ਦੀ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਏਕ ਦਿਖਲਾਈ। ਜਦੋਂ ਪਰਮਾਤਮਾ ਦੇ ਨਾਮ ਦੇ ਵਿੱਚ ਨਾਮ ਜਿਹੜਾ ਰੰਗਿਆ ਜਾਂਦਾ ਹੈ ਨਾ, ਫਿਰ ਇਹ ਚੋਂ ਸਾਧ ਸੰਗਤ ਦੀ ਸੁਗੰਧੀ ਆਉਂਦੀ ਹੈ। ਕਹਿੰਦੇ ਜਨ ਨਾਨਕ ਮੁਸਕ ਝਕੋਲਿਆ, ਸਭ ਜਨਮ ਤੱਕ ਸਾਰੇ ਜਨਮ, ਪਿਛਲੇ ਜਨਮ ਵੀ ਧਨਤਾ ਦੇ ਯੋਗ ਹੋ ਗਏ। ਆਪ ਤਰੈ ਸਗਲੇ ਕੁਲ ਤਾਰੈ, ਹਦਰ ਗਏ ਪਤ ਸਿਉ ਜਾਏਦਾ। ਨਾਮ ਵਿੱਚ ਜਿਹਨਾਂ ਦਾ ਨਾਮ ਰੰਗਿਆ ਗਿਆ ਨਾ, ਕਹਿੰਦੇ ਉਹ ਆਪ ਤਾਂ ਤਰਦੇ ਆ, ਸਾਰੇ ਕੁਲਾਂ ਨੂੰ ਵੀ ਤਾਰ ਕੇ ਲੈ ਜਾਂਦੇ ਆ। ਆਪ ਤਰੈ ਸਗਲੇ ਕੁਲ ਤਾਰੈ। ਤੇ ਇਹ ਨਾਮ ਦੀ ਜਿਹੜੀ ਸੰਬੰਧੀ ਹੈ ਨਾ, ਜਨ ਨਾਨਕ ਮੁਸਕ ਝਕੋਲਿਆ। ਕਹਿੰਦੇ ਸਾਧ ਸੰਗਤ ਜੀ, ਜਿਵੇਂ ਲਲਾਰੀ ਦੇ ਕੋਲ ਅੱਜ ਕੱਲ੍ਹ ਤਾਂ ਹੁਣ ਇਹ ਜ਼ਮਾਨਾ ਚਲਾ ਗਿਆ, ਪੁਰਾਣੇ ਸਮੇਂ ਦੇ ਵਿੱਚ ਤਾਂ ਬਹੁਤ ਹੈ, ਹੁਣ ਵੀ ਚੱਲਦਾ। ਵੈਸੇ ਆਮ ਪੁਰਾਣੇ ਸਮੇਂ ਵਿੱਚ ਨਾ ਪੰਜਾਬ ਵਿੱਚ ਵੇਖਦੇ ਸੀ ਵੀ ਪੱਗਾਂ ਨੂੰ ਰੰਗ ਚੜਾਉਣਾ, ਲਲਾਰੀ ਕੋਲ ਜਾ ਕਰਕੇ ਮਾਵੇ ਵਾਲੀਆਂ ਪੱਗਾਂ ਬੰਨ੍ਹਦੇ ਸੀ। ਸੋ ਪੱਗ ਨੂੰ ਰੰਗ ਚੜਾਉਣ ਵਾਸਤੇ ਕੁਝ ਨਿਯਮ ਹੁੰਦੇ ਸੀ। ਪਹਿਲਾਂ ਤਾਂ ਵਸਤਰ ਬਿਲਕੁਲ ਸਾਫ਼ ਹੋਵੇ, ਧੋਤਾ ਹੋਇਆ, ਫਿਰ ਉਸ ਨੂੰ ਪਾਹ ਚੜ੍ਹਦੇ ਸੀ, ਫੜਕੜੀ ਲੂਣ ਆਦਿ ਪਾਹ ਚੜ੍ਹਨੀ ਤੇ ਪਾਣੀ ਗਰਮ ਕਰਨਾ, ਉਬਾਲਣਾ, ਫਿਰ ਲਲਾਰੀ ਕੋਲ ਲੈ ਕੇ ਜਾਣਾ ਤੇ ਫਿਰ ਲਲਾਰੀ ਉਹਨੂੰ ਪਾਣੀ ਨੂੰ ਉਬਾਲ ਕੇ ਰੰਗ ਵਿੱਚ ਪਾ ਕੇ ਫਿਰ ਉਹ ਬਸਤਰ ਵਿੱਚ ਪਾਉਂਦਾ ਸੀ ਤੇ ਫਿਰ ਰੰਗ ਚੜ੍ਹਦਾ ਸੀ। ਇਸੇ ਤਰ੍ਹਾਂ ਸਾਧ ਸੰਗਤ ਜੀ ਗੁਰੂ ਰੂਪੀ ਲਲਾਰੀ ਹੈ, ਸਤਿਗੁਰੂ ਮਹਾਰਾਜ ਲਲਾਰੀ ਦਾ ਕੰਮ ਕਰਦੇ ਹੈ। ਸਾਧ ਸੰਗਤ ਦੀ ਭੱਠੀ ਹੈ ਤੇ ਨਾਮ ਦਾ ਰੰਗ ਹੈ, ਜਪ ਤਪ ਦਾ ਸੇਕ ਹੈ। ਇਸ ਤਰ੍ਹਾਂ ਗੁਰੂ ਦੇ ਰੂਪੀ ਲਲਾਰੀ ਕੋਲ ਆ ਕੇ ਜਦੋਂ ਜਗਿਆਸੂ ਇਸ ਤਰ੍ਹਾਂ ਬੇਨਤੀ ਕਰਦਾ, ਸਾਧ ਸੰਗਤ ਵਿੱਚ ਆਉਂਦਾ ਹੈ। ਫਿਰ ਜਿਹੜਾ ਮਨ ਪ੍ਰੇਮ ਦਾ ਸਾਧ ਸੰਗਤ ਜੀ ਪਾਣੀ ਹੈ ਤੇ ਨਾਮ ਦਾ ਰੰਗ ਹੈ। ਫਿਰ ਸਾਧ ਸੰਗ ਇਸ
ਭੱਠੀ ਦੇ ਵਿੱਚ ਪ੍ਰੇਮ ਦੇ ਪਾਣੀ ਵਿੱਚ ਜਦੋਂ ਮਨਰੂਪੀ ਵਸਤਰ ਨੂੰ ਪਾਇਆ ਜਾਂਦਾ ਹੈ, ਫਿਰ ਇਹ ਮਨ ਨੂੰ ਹੌਲੀ ਹੌਲੀ ਫਿਰ ਨਾਮ ਦਾ ਰੰਗ ਚੜ੍ਹਦਾ ਹੈ। ਇਹ ਨਾਮ ਦੇ ਰੰਗ ਵਿੱਚ ਝਕੋਲਿਆ ਜਾਂਦਾ ਹੈ, ਇਸ ਨੂੰ ਵਾਰ-ਵਾਰ ਝਕੋਲਣਾ ਪੈਂਦਾ ਹੈ। ਇਸ ਤਰ੍ਹਾਂ ਕਰਦਿਆਂ ਕਰਦਿਆਂ ਫਿਰ ਕਹਿੰਦੇ ਇਹਦੇ ਵਿੱਚੋਂ ਇੱਕ ਸੁਗੰਧੀ ਆਉਂਦੀ ਹੈ ਸਾਧ ਸੰਗਤ ਜੀ, ਉਹ ਹੈ ਸੁਗੰਧੀ ਨਾਮ ਦੀ। ਸੁਗੰਧੀਆਂ ਬੜੀਆਂ ਨੇ, ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਅੱਜ ਕੱਲ੍ਹ ਬਾਜ਼ਾਰਾਂ ਤੋਂ ਮਿਲਦੀਆਂ ਨੇ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਇਹ ਸ਼ਬਦ ਉਚਾਰਨ ਕਰਿਆ ਵੀ ਜਦੋਂ ਤੱਕ ਨਾ ਜੋ ਤੇ ਹੀ ਮਹਿਕਲ ਪ੍ਰਬੰਧਾ ਵੀ ਪ੍ਰਮਾਣ ਆਉਂਦਾ ਵੀ ਜਿਹੜੇ ਨਾ ਤਨ ਨੂੰ ਸੁਗੰਧੀਆਂ ਲਾਉਣੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਨਾ, ਇਹਦੇ ਨਾਲ ਜਿਹੜੀ ਬਿਰਤੀ ਹੈ ਨਾ ਇਹ ਦੇਹ ਦਿਆਸੀ ਹੋ ਜਾਂਦੀ ਹੈ, ਬੰਦੇ ਨੂੰ ਦੇਹ ਨਾਲ ਜ਼ਿਆਦਾ ਮੋਹ ਹੋਣ ਲੱਗ ਜਾਂਦਾ। ਠੀਕ ਹੈ ਵੀ ਚਲੋ ਕਿਤੇ ਗਰਮੀ ਹੈ, ਪਸੀਨਾ ਆਇਆ ਹੈ, ਵੀ ਉਸ ਤਰ੍ਹਾਂ ਵਸਤਰਾਂ ਨੂੰ ਜਿਹੜੇ ਸੁਗੰਧੀ ਲਾਉਣੀ, ਕੋਈ ਇਹ ਵੀ ਆਪਾਂ ਕਹਿ ਸਕਦੇ ਵੀ ਆਪਾਂ ਕੋਈ ਮਨਮਤ ਹੈ ਵੀ, ਪਰ ਜੇ ਕਰਨਾ ਬੰਦਾ ਹਰ ਵੇਲੇ ਇਹਦੀ ਪ੍ਰਦਰਸ਼ਨੀ ਕਰੇ, ਉਹਦੇ ਨਾਲ ਫਿਰ ਤਾਂ ਸੁਖ ਵਿਸਰੇ ਪਰਮਾਨੰਦਾ। ਫਿਰ ਰੱਬ ਵਾਲਾ ਜਿਹੜਾ ਨਾ ਪਾਸਾ ਬੰਦੇ ਭੁੱਲ ਹੀ ਜਾਂਦਾ, ਦੇਹ ਦਿਆਸੀ ਹੋ ਜਾਂਦਾ। ਪਰ ਸਤਿਗੁਰੂ ਮਹਾਰਾਜ ਕਹਿੰਦੇ ਪਰ ਜਿਹਨੂੰ ਨਾ ਪਰਮਾਤਮਾ ਦੇ ਨਾਮ ਦਾ ਰੰਗ ਚੜ੍ਹ ਗਿਆ, ਫਿਰ ਉਹਦੇ ਵਿੱਚੋਂ ਕਹਿੰਦੇ ਇੱਕ ਸੁਗੰਧੀ ਪੈਦਾ ਹੁੰਦੀ ਹੈ। ਜਿਵੇਂ ਫੁੱਲਾਂ ਵਿੱਚੋਂ ਸੁਗੰਧੀ ਆਉਂਦੀ ਹੈ ਨਾ, ਗੁਲਾਬ ਦਾ ਫੁੱਲ ਹੈ, ਗੇਂਦੇ ਦਾ ਫੁੱਲ ਹੈ, ਚਮੇਲੀ ਹੈ, ਇਸ ਤਰ੍ਹਾਂ ਉਹ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਵਿੱਚ ਸੁਗੰਧੀ ਆਉਂਦੀ ਹੈ। ਇਸ ਤਰ੍ਹਾਂ ਨਾਮ ਦੇ ਵਿੱਚੋਂ ਵੀ ਸੁਗੰਧੀ ਆਉਂਦੀ ਹੈ। ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਭਗਤਾਂ ਦੀ ਗੱਲ ਗੁਰੂ ਮਹਾਰਾਜ ਬਾਣੀ ਵਿੱਚ ਵਾਰ-ਵਾਰ ਕਰਦੇ ਨੇ। ਗੋਬਿੰਦ 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 ਸਿਉ ਨਾਮ ਜੋ ਮਨ ਲੈਣਾ, ਆੜ ਦਾਮ ਕੋ ਛਿਪਰੋ ਹੋਇਓ ਲਾਖੀਣਾ। ਭਗਤ ਨਾਮਦੇਵ ਦੇ ਜੀਵਨ ਵਿੱਚੋਂ ਸੁਗੰਧੀ ਆ ਰਹੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਨੇ ਵੀ ਉਹ ਸੁਗੰਧੀ ਵਿੱਚੋਂ ਸਾਨੂੰ ਵੀ ਰਸ ਆ ਰਿਹਾ ਹੈ। ਬੁਨਣਾ ਤਰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਹਾਰੋ ਭਇਓ ਗੁਣੀ ਗਹੀਰਾ। ਉਹ ਜੋ ਨਾਮ ਦੇ ਗੁਣ ਪੈਦਾ ਹੋ ਗਏ, ਸੁਗੰਧੀ ਆ ਰਹੀ ਹੈ, ਸਾਨੂੰ ਸੁਗੰਧੀ ਆ ਰਹੀ ਹੈ ਨਾਮ ਦੀ। ਸੈਨ ਨਾਈ ਪੁਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੇ ਗਨਿਆ। ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ, ਭਗਤੀ ਦੀ ਸੁਗੰਧੀ ਦੇ ਰਹੇ ਆਪਾਂ ਨੂੰ। ਰਵਿਦਾਸ ਢੋਵੰਤਾ ਢੋਰ ਨੀਤ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰਿ ਦਰਸ਼ਨ ਪਾਇਆ। ਪਰਮਾਤਮਾ ਦੇ ਦਰਸ਼ਨ ਹੋਏ ਭਗਤ ਰਵਿਦਾਸ ਜੀ ਨੂੰ, ਉਹ ਵੀ ਆਪਾਂ ਨੂੰ ਸੁਗੰਧੀ ਦੇ ਰਹੇ ਨੇ। ਇਹ ਬਿਲ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਤੇ ਭਗਤ ਧੰਨਾ ਜੀ ਨੂੰ ਵੀ ਨਾਮ ਦਾ ਰੰਗ ਚੜ੍ਹਿਆ ਸੀ, ਪ੍ਰਤੱਖ ਮਿਲੇ ਪਰਮਾਤਮਾ, ਉਹ ਵੀ ਨਾਮ ਦੀ ਸੁਗੰਧੀ ਵਾਲੇ ਆਪਾਂ ਨੂੰ ਸੁਗੰਧੀ ਦੇ ਰਹੇ ਹੈ। ਸੋ ਇਸ ਤਰ੍ਹਾਂ ਇਹ ਨਾਮ ਦੀ ਸੁਗੰਧੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਜਨ ਨਾਨਕ ਮੁਸਕ ਝਕੋਲਿਆ, ਸਭ ਜਨਮ ਧਨ ਧੰਨਾ। ਸਾਰਾ ਜਨਮ ਹੀ ਕਹਿੰਦੇ ਧਨਤਾ ਦੇ ਯੋਗ ਹੋ ਗਿਆ। ਜਿਹੜੇ ਨਾਮ ਦੇ ਰੰਗ ਵਿੱਚ ਲੱਗੇ ਜਾਣ, ਜਿਹਨੇ ਨਾਮ ਦੀ ਸੁਗੰਧੀ ਆਉਂਦੀ ਹੈ, ਉਹਦਾ ਜਨਮ ਧਨਤਾ ਦੇ ਯੋਗ ਹੋ ਜਾਂਦਾ ਹੈ। ਇਹ ਸੁਗੰਧੀ ਪ੍ਰਾਪਤ ਕਰਨ ਵਾਸਤੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ। ਨਾਨਕ ਆਖੈ ਇਹੋ ਵਿਚਾਰ, ਸਿਫਤੀ ਗੰਢ ਪਵੈ ਦਰਬਾਰ। ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਹੀ ਇਹ ਦਾਤ ਪ੍ਰਾਪਤ ਹੁੰਦੀ ਹੈ। ਸੋ ਸਮਾਂ ਸਮਾਪਤ ਹੈ। ਅਖਰੀ ਅਰਥ ਕਰਦੇ ਹੋਏ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਸਾਧ ਸੰਗਤ ਗੁਰੂ ਸਾਹਿਬ ਜੀ ਕਿਰਪਾ ਕਰਨ। ਇੱਥੇ ਹੀ ਸਮਾਪਤੀ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਗੁਰਮੁਖ ਰੰਗ ਚ ਲੂ ਲਿਆ, ਮੇਰਾ ਮਨ ਤਨੋਂ ਭਿੰਨਾ। ਜਨ ਨਾਨਕ ਮੁਸਕ ਝਕੋਲਿਆ, ਸਭ ਜਨਮ ਧਨ ਧੰਨਾ। ਹੇ ਅਚੁੱਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈ ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੇ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹੈ ਪਿਹੋਵਨ ਹਾਰ। ਹੇ ਸੰਤ ਹੈ ਕੈ ਸਦਾ ਸੰਗ, ਨਿਦਾਰਾਂ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀ ਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਈ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨਹਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।